ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਖੁਸ਼ੀਆਂ ਪਰਤੀਆਂ ਨੇ, ਰੌਣਕਾਂ ਪਰਤੀਆਂ ਨੇ। ਸਿੰਘੂ ਬਾਰਡਰ ਤੇ ਅਸੀਂ ਮੌਜੂਦ ਹਾਂ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਬਾਅਦ ਇੱਥੇ ਕੀ ਮਾਹੌਲ ਹੈ ਉਹ ਆਪਾਂ ਸਾਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤੇ ਅਸੀਂ ਖਾਸ ਤੌਰ ਤੇ ਉਹਨਾਂ ਸੰਘਰਸ਼ ਦੇ ਉਹਨਾਂ ਯੋਧਿਆਂ ਨੂੰ ਹੀ ਮਿਲ ਰਹੇ ਹਾਂ ਜਿਹੜੇ ਕਿ 1 ਸਾਲ ਤੋਂ ਇੱਥੇ ਮੌਜੂਦ ਨੇ। ਤਸਵੀਰ ਦੇ ਵਿੱਚ ਤੁਸੀਂ ਜਿੰਨੇ ਜਣੇ ਸਿੰਘੂ ਬਾਰਡਰ ਦੇ ਉੱਤੇ ਦੇਖ ਰਹੇ ਹੋ ਇਹ ਸਾਰੇ 1-1 ਸਾਲ ਤੋਂ ਇੱਥੇ ਮੌਜੂਦ ਨੇ। ਵਿੱਚੋਂ ਥੋੜੇ ਬਹੁਤੇ ਦਿਨ ਭਾਵੇਂ ਕੋਈ ਜਾ ਆਵੇ, ਪਰ ਕਈ ਜਿਵੇਂ ਬਾਪੂ ਸੰਤੋਖ ਸਿੰਘ ਹੈਗੇ ਨੇ, ਇਹ ਤਾਂ ਕਦੇ ਵੀ ਗਏ ਨਹੀਂ ਹੈਗੇ, ਆਪਣੇ ਘਰ ਕਦੇ ਵੀ ਨਹੀਂ ਗਏ ਹੈਗੇ। ਤੇ ਇੱਥੇ ਸਰਪੰਚ ਮਲਕੀਤ ਸਿੰਘ ਹੈਗੇ ਨੇ ਜਿਹੜੇ ਇੰਨੇ ਟਾਈਮ ਦੇ ਵਿੱਚ ਇੱਕ ਵਾਰੀ ਆਪਣੇ ਘਰੇ ਗਏ ਨੇ ਥੋੜੇ ਦਿਨ ਪਹਿਲਾਂ। ਸੋ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਆਪ ਜੀ ਦਾ ਜੋ ਇਸ ਟਾਈਮ ਸਾਡੇ ਨਾਲ ਖੁਸ਼ੀ ਦੇ ਪਲ ਜਿਹੜੇ ਉਹ ਸਾਂਝੇ ਕਰ ਰਹੇ ਜੀ। ਜੀ ਬਿਲਕੁਲ, ਕਿਉਂਕਿ ਸਾਰੇ ਜਿਹੜੇ ਨਹੀਂ ਇੱਥੇ ਆ ਸਕਦੇ ਮੋਰਚਿਆਂ ਦੇ ਵਿੱਚ, ਜਿਹੜੇ ਬਾਹਰ ਬੈਠੇ ਨੇ ਸਾਡੇ ਕਿਸਾਨੀ ਮੋਰਚੇ ਦੇ ਸਮਰਥਕ, ਉਹ ਸਾਰੇ ਜਾਣਨਾ ਚਾਹੁੰਦੇ ਨੇ ਤੁਹਾਡੀ ਖੁਸ਼ੀ, ਤੁਹਾਡੀਆਂ ਅੱਖਾਂ ਦੀ ਖੁਸ਼ੀ ਦੇਖਣਾ ਚਾਹੁੰਦੇ ਨੇ। ਸਾਨੂੰ ਪਤਾ ਲੱਗਿਆ ਕਿ ਤੁਸੀਂ ਗਾਉਂਦੇ ਹੋ, ਤੁਸੀਂ ਲਿਖ ਵੀ ਦਿੰਦੇ ਹੋ, ਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਬਾਅਦ ਤੁਸੀਂ ਕੀ ਲਿਖਿਆ ਹੈਗਾ ਉਹ ਜ਼ਰੂਰ ਸਾਂਝਾ ਕਰੋ, ਗਾ ਕੇ ਜ਼ਰੂਰ ਸੁਣਾਓ। ਜ਼ਰੂਰ ਜੀ। ਵੇਖੋ ਜੀ, ਸਭ ਤੋਂ ਪਹਿਲਾਂ ਭੈਣ ਜੀ ਇੱਕ ਇਤਿਹਾਸ ਬਣਿਆ ਜੀ, ਇੱਕ ਇਤਿਹਾਸ ਸਿਰਜਿਆ ਗਿਆ ਜੀ ਇੱਥੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ। ਤੇ ਆਹ ਜਿਹੜੀਆਂ ਵੀਡੀਓ ਨਾ ਜੀ, ਇਹੋ ਇਤਿਹਾਸ ਹੁੰਦਾ ਜੀ। ਇਹਨੂੰ ਆਉਣ ਵਾਲੀਆਂ ਨਸਲਾਂ ਨੇ, ਪੀੜ੍ਹੀਆਂ ਨੇ ਵੇਖਣਾ, ਤੇ ਕੁਝ ਸਮੇਂ ਬਾਅਦ 1-2 ਸਾਲਾਂ ਬਾਅਦ ਸਰਚਾਂ ਮਾਰ ਕੇ ਤੇ ਸਿੰਘੂ ਬਾਰਡਰ ਦੀਆਂ ਇਹ ਜਿਹੜੀਆਂ ਵੀਡੀਓ ਆ ਇਹ ਲੋਕਾਂ ਲੱਭਣੀਆਂ ਜੀ। ਤੇ ਇਹ ਲੱਭਣੀਆਂ ਨਹੀਂ, ਸਭ ਤੋਂ ਪਹਿਲਾਂ ਤੇ ਸਭ ਨੂੰ ਬੇਨਤੀ ਕਰਾਂਗਾ ਵੀ ਇਹ ਇਤਿਹਾਸ ਦੇ ਸੋਮੇ ਜ਼ਰੂਰ ਸਾਂਭਿਓ ਜੀ, ਸਾਰੇ ਜਣੇ ਵੱਧ ਤੋਂ ਵੱਧ ਜੀ। ਉਹ ਤੋਂ ਸੇਧ ਲੈਣੀ ਆ ਸਾਡੀਆਂ, ਜਿੱਦਾਂ ਅਸੀਂ ਆਪਣੀਆਂ ਨਸਲਾਂ ਤੋਂ ਸੇਧ ਲਈ ਆ, ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਡੇ ਤੋਂ ਸਿੱਖਣਾ ਜੀ, ਸਾਡੇ ਵੱਡੇ ਵਡੇਰਿਆਂ ਕੀ ਕੀਤਾ ਸੀ। ਸੋ ਹਾਂਜੀ ਬਿਲਕੁਲ ਜੀ, ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਉਹਦੇ ਨਾਲ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿੱਦਾਂ ਬਲੀ ਕੰਧਾਰੀ ਵਰਗੇ, ਸੱਜਣ ਠੱਗ ਵਰਗੇ, ਖੇਮੀ ਵਰਗੀਆਂ ਜਿਹੜੇ ਆਪਣੇ ਮਾਲਕ ਨਾਲ ਰਲ ਕੇ ਤੇ ਜਨਤਾ ਦੇ ਜ਼ੁਲਮ ਕਮਾਉਂਦੇ ਸੀ, ਉਹਨਾਂ ਨੂੰ ਪਾਤਸ਼ਾਹ ਨੇ ਰਾਹੇ ਪਾਇਆ। ਅੱਜ ਪਾਤਸ਼ਾਹ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ, ਜਿਹੜਾ ਕਿਸੇ ਨੇ ਕਦੀ ਇਸ ਤਰੀਕੇ ਨਾਲ ਨਹੀਂ ਸੀ ਸੋਚਿਆ ਕਿ ਇੰਨਾ ਵੱਡਾ, ਇੰਨਾ ਲੰਮਾ ਸੰਘਰਸ਼, ਇੰਨੀਆਂ ਸ਼ਹਾਦਤਾਂ ਦੇਣ ਤੋਂ ਬਾਅਦ ਇਸ ਤਰੀਕੇ ਨਾਲ ਇਹਦਾ ਨਿਚੋੜ ਜਿਹੜਾ ਉਹ ਨਿਕਲ ਜੇਗਾ। ਸੋ ਉਹ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਸੋਝੀ ਪਾਈ ਤੇ ਮੋਦੀ ਦੇ ਮਨ ਦੇ ਵਿੱਚ, ਤੇ ਅਸੀਂ ਇਹ ਕਹਿੰਦੇ ਹਾਂ ਉਹ ਸਾਰੀ ਜਿਹੜੀ ਖੇਡ ਹੈ ਉਸ ਪ੍ਰਮਾਤਮਾ ਨੇ ਰਚਾਈ ਹੈ ਜੀ। ਸੋ ਉਹ ਪਾਤਸ਼ਾਹ ਨੇ ਜਿੱਦਾਂ ਉਹ ਰਾਹੇ ਪਾਏ ਆ ਤੇ ਢੰਗ ਜੋ ਰਚਾਇਆ ਜੀ, ਉਹ ਆਪ ਜੀ ਨਾਲ ਇੱਕ ਕਵਿਤਾ ਨਾਲ ਕੋਸ਼ਿਸ਼ ਕਰਦੇ ਹਾਂ ਸਾਂਝਾ ਕਰਨ ਦਾ ਜੀ। ਹੋ ਇੱਕ ਪਾਸੇ ਸੀ ਬਾਬਰ ਜਾਬਰ, ਨਿਤ ਜੋ ਜ਼ੁਲਮ ਕਮਾਉਂਦੇ, ਹੋ ਦੂਜੇ ਪਾਸੇ ਸੀ ਲਾਲੋ ਤੇਰੇ, ਨਿਤ ਤੇਰਾ ਨਾਮ ਤੇ ਆਉਂਦੇ, ਹੋ ਪਾ ਕੇ ਸੋਝੀ ਮਲਕ ਦੇ ਕੋਲੋਂ, ਪਛਤਾਪ ਤਹਿ ਕਰਵਾਇਆ, ਵਾਹ ਮੇਰੇ ਪਾਤਸ਼ਾਹ, ਵਾਹ ਮੇਰੇ ਮੌਲਾ, ਕੈਸਾ ਢੰਗ ਹੋ ਜਿਵੇਂ ਕੀਤੇ ਕੰਧਾਰੀ ਸਿੱਧੇ, ਹਾਕਮ ਰਾਹੇ ਪਾਇਆ, ਹੋ ਜਿਵੇਂ ਕੀਤੇ ਕੰਧਾਰੀ ਸਿੱਧੇ, ਹਾਕਮ ਹੋ ਤੇਰੀ ਮਿਹਰ ਸੀ ਸਾਡੇ ਸਿਰ ਤੇ, ਹੋ ਤਾਂ ਹੀ ਦਿਲ ਨਾ ਡੋਲੇ, ਹੋ ਪਾ ਸੱਚ ਦੀ ਤਕੜੀ ਆਖਰੇ, ਤੇਰਾ ਤੋਲੇ, ਹੋ ਪਾ ਸੱਚ ਦੀ ਤਕੜੀ ਆਖਰੇ, ਤੇਰਾ ਤੋਲੇ, ਹੋ ਜਿਹੜੇ ਕਹਿੰਦੇ ਰੱਬ ਨਹੀਂ ਹੈਗਾ, ਹੋ ਜਿਹੜੇ ਕਹਿੰਦੇ ਰੱਬ ਨਹੀਂ ਹੈਗਾ, ਆਪਣਾ ਆਪ ਦਿਖਾਇਆ, ਵਾਹ ਮੇਰੇ ਪਾਤਸ਼ਾਹ, ਵਾਹ ਮੇਰੇ ਮੌਲਾ, ਕੈਸਾ ਢੰਗ ਰਚਾਇਆ, ਹੋ ਜਿਵੇਂ ਕੀਤੇ ਕੰਧਾਰੀ ਸਿੱਧੇ, ਹਾਕਮ ਸਿੱਧੇ ਪਾਇਆ, ਹੋ ਜਿਵੇਂ ਕੀਤੇ ਕੰਧਾਰੀ ਸਿੱਧੇ, ਹਾਕਮ ਰਸਤੇ ਪਾਇਆ, ਹੋ ਜਿਵੇਂ ਕੀਤੇ ਹਾਕਮ ਸਿੱਧੇ, ਅੱਜ ਮੋਦੀ ਸਿੱਧੇ ਪਾਇਆ, ਹੋ ਤੇਰੀ ਕਿਰਪਾ ਨਾਲ ਰਹਿ ਬਲਦੇ, ਸੜਕਾਂ ਉੱਤੇ ਚੁੱਲੇ, ਮੀਂਹ ਹਨੇਰੀ ਝੱਖੜ ਪਾਵੇ, ਲਾਲਾ ਜੋਰ ਨੇ ਚੁੱਲੇ, ਹੋ 1 ਸਾਲ ਤੋਂ ਬੈਠੇ ਦਿੱਲੀ, 1 ਸਾਲ ਤੋਂ ਬੈਠੇ ਦਿੱਲੀ, ਮੁੱਲ ਮਿਹਨਤ ਦਾ ਪਾਇਆ, ਵਾਹ ਮੇਰੇ ਪਾਤਸ਼ਾਹ, ਵਾਹ ਮੇਰੇ ਮੌਲਾ, ਕੈਸਾ ਢੰਗ
ਹੋ ਜਿਵੇਂ ਕੀਤੇ ਇੱਕ ਦਹਾਰੀ ਸਿੱਧੇ ਹਾਕਮ ਰਸਤੇ ਪਾਇਆ। ਬਹੁਤ ਵਧੀਆ। ਸੋ ਇਹ ਤੁਸੀਂ ਕਦੋਂ ਲਿਖਿਆ? ਕੱਲ ਵਾਲੇ ਐਲਾਨ ਤੋਂ ਬਾਅਦ ਲਿਖਿਆ? ਹਾਂਜੀ, ਕੱਲ ਵਾਲੇ ਐਲਾਨ ਤੋਂ ਬਾਅਦ ਲਿਖਿਆ। ਵੈਸੇ ਗਲੇ ਦਾ ਬਹੁਤ ਜ਼ੋਰ ਹੈ ਜੀ, ਉਦੋਂ ਦਾ ਆਪਾਂ ਇਹ ਖੁਸ਼ੀ ਜਿਹੜੀ ਆ ਆਪਣੇ ਤਰੀਕੇ ਨਾਲ ਮਨਾ ਰਹੇ। ਜਿੱਦਾਂ ਪਾਤਸ਼ਾਹ ਨੇ ਬੜੀ ਵੱਡੀ ਇੱਕ ਪਰਉਪਕਾਰ ਹੀ ਕਰ ਦਿੱਤਾ ਜੀ ਸਾਡੇ ਉੱਤੇ। ਇੱਕ ਅਸੀਂ ਸੜਕਾਂ 'ਤੇ ਰੁਲ ਰਹੇ ਸਾਂ, ਇਹ 'ਚ ਕੋਈ ਗੱਲ ਦੋ ਰਿਹਾ ਨਹੀਂ ਜੀ। ਤੇ ਪਾਤਸ਼ਾਹ ਨੇ ਅੱਜ ਉਹ ਜਿੱਦਾਂ ਬੇੜਾ ਮੱਖਣ ਲਬਾਣੇ ਦਾ ਪਾਰ ਲਾਤਾ ਸੀ, ਅੱਜ ਕਿਸਾਨੀ ਦਾ ਬੇੜਾ ਪਾਤਸ਼ਾਹ ਨੇ ਪਾਰ ਲਾਤਾ। ਤੇ ਮੈਂ ਇੱਕ ਮਾਣ ਨਾਲ ਗੱਲ ਦੱਸਣੀ ਚਾਹਾਂਗੇ ਇੱਥੇ ਕਿ ਹੈ ਤੇ ਬਹੁਤ ਸੂਰਮੇ ਬਹਾਦਰ ਜਿੰਨੇ ਮੋਰਚੇ 'ਚ ਡਟੇ ਆ ਜੀ। ਇੱਕ ਤੇ ਜਿੱਤ ਦਾ ਸਿਹਰਾ ਸਾਡੇ ਸ਼ਹੀਦਾਂ ਦੇ ਸਿਹਰੇ ਆ ਜੀ। ਦੂਸਰਾ ਉਹਦੇ ਨਾਲ ਨਾਲ ਇਹ ਸਿਹਰਾ ਕੋਈ ਨਾ ਕੋਈ ਇਤਿਹਾਸਕਾਰ ਨਾ ਕੋਈ ਦੂਜਾ ਦੋ ਰਿਆਣੀ, ਇਹ ਸਿਹਰਾ ਬਜ਼ੁਰਗਾਂ ਦੇ ਸਿਰ ਵੱਜਾ ਜੀ। ਬੜੇ ਉਤਰਾਹਾ ਚੜ੍ਹਾਅ ਆਏ, ਪਰ ਜਿਹੜੇ ਬਜ਼ੁਰਗਾਂ ਦੇ ਜਜ਼ਬੇ ਸੀ, ਜਿਹੜੇ ਜਜ਼ਬਾਤ ਸੀ, ਉਹਨਾਂ 'ਚ ਕੋਈ ਉਤਰਾਅ ਚੜ੍ਹਾਅ ਨਹੀਂ, ਉਹ ਸਥਿਰ ਰਹੇ ਜੀ। ਉਹਨਾਂ ਮੋਰਚਾ ਬੰਨ੍ਹ ਕੇ ਰੱਖਿਆ। ਬੜੇ ਔਖੇ ਸਮੇਂ ਆਏ ਮੋਰਚੇ ਦੇ ਉੱਤੇ। ਤੇ ਸਭ ਤੋਂ ਵੱਧ ਜਿਹੜੇ ਮੀਂਹ ਹਨੇਰੀਆਂ ਜਿਹੜੇ ਇਸ ਸਾਲ ਦਿੱਲੀ 'ਚ ਪਏ ਆ ਜੀ, ਇਹਨਾਂ ਨੇ ਉਹ ਸਮੇਂ ਸਿਰਾਂ ਤੇ ਝੱਲੇ। ਜਿੰਨੇ ਇੱਥੇ ਆ ਸਾਰੇ ਬੈਠੇ ਨੇ, ਬੜੀਆਂ ਇਹਨਾਂ ਦੇ ਪਾਤਸ਼ਾਹ ਦੀ ਕਿਰਪਾ। ਬਾਪੂ ਸੰਤੋਖ ਸਿੰਘ ਜੀ, ਭਾਜੀ ਅਮਰਜੀਤ ਸਿੰਘ ਜੀ, ਬਾਬਾ ਜੀ ਗਿੱਲ ਸਾਹਿਬ, ਸਾਡੇ ਡਾਕਟਰ ਸਾਹਿਬ ਅਵਤਾਰ ਸਿੰਘ ਜੀ, ਦੂਜੇ ਸਾਡੇ ਗਿੱਲ ਸਾਹਿਬ, ਇਹ ਜਿੰਨੀਆਂ ਰੂਹਾਂ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ। ਤੇ ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਮੈਂ ਆਪਣੇ ਜੀਵਨ ਦੇ ਇਹ ਜਿਹੜੇ ਪਲ ਨੇ ਇਹਨਾਂ ਸੂਰਮਿਆਂ 'ਚ ਗੁਜ਼ਾਰੇ ਨੇ, ਤੇ ਮੈਨੂੰ ਉਹ ਕਲਮ ਬੰਦ ਕਰਨ ਦਾ ਮੌਕਾ ਮਿਲਿਆ ਇਹਨਾਂ ਯੋਧਿਆਂ ਨੂੰ ਮੈਨੂੰ ਜੀ। ਤੇ ਕਿੰਨੀਆਂ ਕੁ ਤੁਸੀਂ ਕਵਿਤਾਵਾਂ ਲਿਖਤੀਆਂ ਹੋਣਗੀਆਂ ਇਸ 1 ਸਾਲ ਦੇ ਸਮੇਂ ਦੇ ਵਿੱਚ? ਇਹ ਤੇ ਪਾਤਸ਼ਾਹ ਨੇ ਜੀ ਖੁੱਲਾ ਹੀ ਭੰਡਾਰਾ ਬਖਸ਼ਦਾ ਜੀ ਕਵਿਤਾਵਾਂ ਦਾ ਜੀ। ਉਹਨਾਂ ਕਿਹਾ ਬਸ ਵੀ ਤੂੰ ਕਲਮ ਚੱਕੀ ਜਾ, ਬਸ ਪੌਣੇ 500 ਕਵਿਤਾ ਹੋ ਗਈ ਜੀ ਇਸ ਮੋਰਚੇ 'ਚ ਬੈਠੇ ਬੈਠਿਆਂ ਉਹਦੇ। ਹਾਂਜੀ, ਤੇ ਯਾਨੀ ਕਿ ਇੱਕ ਕਿਤਾਬ ਹੈ ਜਿਹੜੀ ਉਹ ਲਿਖੀ ਜਾ ਸਕਦੀ ਹੈ ਤੁਹਾਡੀਆਂ ਇਹ ਕਵਿਤਾਵਾਂ ਦੇ ਉੱਤੇ। ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਵੈਸੇ ਵੀ ਇਤਿਹਾਸ ਨੂੰ ਕਲਮਬੰਦ ਕੀਤਾ ਜੀ। ਉਹ ਵੀ 500 ਪੰਨਾ ਮੈਂ ਭਰਿਆ ਜੀ। ਉਹ ਵੀ ਮੈਂ ਜਿਹੜਾ ਜੋ ਸੰਘਰਸ਼ ਚੱਲਿਆ, ਆਪਾਂ ਪੰਜਾਬ ਤੋਂ ਚੱਲੇ ਆ, ਜਿੱਦਾਂ ਜਿੱਧਰ ਨੂੰ ਗਿਆ, ਜੋ ਉਹਦੇ ਵਿੱਚ ਰੋਲ ਜੋ ਉਤਰਾਅ ਚੜ੍ਹਾਏ ਆ, ਉਹ ਵੀ ਪਾਤਸ਼ਾਹ ਦੀ ਕਿਰਪਾ ਨਾਲ ਉਹਨੂੰ ਵੀ ਕਲਮਬੰਦ ਨਾਲ ਨਾਲ ਹੀ ਕੀਤਾ ਜੀ। ਉਹਨੂੰ ਵੀ ਮੋਰਚੇ ਦਾ ਇਤਿਹਾਸ ਤੁਸੀਂ ਲਿਖਿਆ ਹੈਗਾ, ਤੇ ਹਲੇ ਕੰਪਲੀਟ ਉਹਨੂੰ ਉਦੋਂ ਕਰੋਗੇ ਜਦੋਂ ਪੂਰੀ ਤਰ੍ਹਾਂ ਜਿੱਤ ਲਿਆ? ਵੇਖੋ ਭੈਣਾ, ਸਭ ਤੋਂ ਪਹਿਲਾਂ ਤੇ ਗੱਲ ਦੱਸਣੀ ਚਾਹਾਂਗੇ, ਜਿਹੜੀ ਕਲਮ ਆ ਨਾ ਜੀ, ਇਹ ਸਮਝੋ ਪਾਤਸ਼ਾਹ ਨੇ ਬਹੁਤ ਵੱਡਾ ਗੁਣ ਆਪ ਜੀ ਨੂੰ ਬਖਸ਼ਿਆ। ਜਿੱਦਾਂ ਆਪਾਂ ਕੁਦਰਤ ਨਾਲ ਆਪਣਾ ਧਰਮ ਆ, ਜਾਂ ਕਿਸੇ ਵੀ ਇਨਸਾਨ ਦਾ ਧਰਮ ਆ ਵੀ ਕੁਦਰਤ ਨਾਲ ਖਿਲਵਾੜ ਨਾ, ਕਲਮ ਵੀ ਕੁਦਰਤ ਦੀ ਦੇਣ ਆ ਜੀ। ਕੋਸ਼ਿਸ਼ ਕੀਤੀ ਆ ਕਲਮ ਦੇ ਵਿੱਚ ਬਿਲਕੁਲ ਸੱਚਾ ਸੁੱਚਾ ਇਤਿਹਾਸ ਲਿਖਿਆ ਜਾਵੇ। ਵਾਕਿਆ ਜੋ ਉਤਰਾਅ ਚੜ੍ਹਾਏ ਆ, ਵਾਕਿਆ ਜੋ ਮੋਰਚੇ ਦੇ ਵਿੱਚ ਬਹੁਤ ਅੰਦਰੂਨੀ ਗੱਲਾਂ ਇਹੋ ਜਿਹੀਆਂ ਵਾਪਰੀਆਂ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਆਈਆਂ ਜਾਂ ਉੱਦਾਂ ਪ੍ਰਕਾਸ਼ਿਤ ਨਹੀਂ ਹੋਈਆਂ। ਸੋ ਪਾਤਸ਼ਾਹ ਦੀ, ਕਿਉਂਕਿ ਪਾਤਸ਼ਾਹ ਹੀ ਮਿਹਰ ਕਰਨ ਵਾਲਾ, ਤੇ ਪਾਤਸ਼ਾਹ ਮੁੜ ਕੇ ਉਹ ਤਾਕਤਾਂ ਖੋਹ ਲੈਂਦਾ ਬੰਦੇ ਕੋਲੋਂ। ਜੇ ਬੰਦਾ ਉਹਨਾਂ ਦਾ ਦੁਰਉਪਯੋਗ ਕਰਦਾ ਨਾ, ਤੇ ਫਿਰ ਪਾਤਸ਼ਾਹ ਹੀ ਉਹ ਜਿਹੜੀਆਂ ਉਹਨੂੰ ਬਖਸ਼ੀਆਂ ਨੇ, ਉਹਨੂੰ ਗੁਣ ਜਿਹੜੇ ਉਹ ਕਾਬਲੀਅਤ ਉਹਦੀ ਪਾਤਸ਼ਾਹ ਖਿੱਚ ਲੈਂਦਾ ਜੀ। ਸੋ ਆਪਾਂ ਮਹਾਰਾਜ ਦਾ ਨਾਮ ਲੈ ਕੇ ਕੋਸ਼ਿਸ਼ ਕੀਤੀ ਹੈ ਵੀ ਇਨ ਬਿਨ ਜੋ ਸੱਚ ਵਾਪਰਿਆ ਉਹੋ ਹੀ ਆਪਾਂ ਲਿਖਿਆ ਜੀ, ਉਸੇ ਨੂੰ ਲਿਖਿਆ ਜੀ। ਸੋ ਤੁਸੀਂ ਉਤਰਾਅ ਚੜ੍ਹਾਅ ਦੀ ਗੱਲ ਕੀਤੀ ਹੈ, ਮੈਂ ਜ਼ਰੂਰ ਸਾਰਿਆਂ ਨਾਲ ਗੱਲ ਕਰਨੀ ਚਾਹਾਂਗੀ ਕਿ ਇਸ ਮੋਰਚੇ ਦੇ ਵਿੱਚ ਔਖਾ ਸਮਾਂ ਤੁਸੀਂ ਸਾਰਿਆਂ ਨੇ ਕਿਹੜਾ ਦੇਖਿਆ? ਇੱਕ ਇੱਕ ਗੱਲ ਜ਼ਰੂਰ ਸਾਂਝੀ ਕਰੋ, ਕਿਉਂਕਿ ਹਾਕਮਾਂ ਨੂੰ ਲੱਗਦਾ ਹੈ, ਕਈ ਵਾਰੀ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੱਗਦਾ ਕਿ ਇੱਥੇ ਪਤਾ ਨਹੀਂ ਪਿਕਨਿਕ ਮਨਾ ਰਹੇ ਹੈਗੇ ਨੇ ਕਿਸਾਨ, ਪਰ ਇੱਥੇ ਰਹਿਣਾ ਕਿੰਨਾ ਔਖਾ। ਜਿਵੇਂ ਹੁਣ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਸੁਣਿਆ ਕਿ ਇੱਥੇ ਚੂਹਿਆਂ ਨੇ ਬਹੁਤ ਤੰਗ ਕੀਤਾ ਹੋਇਆ। ਰਾਤ ਨੂੰ ਕਿਸਾਨ ਸੌਂਦੇ ਨੇ ਤੇ ਚੂਹੇ ਨੇ ਜਿਹੜੇ ਉੱਤੋਂ ਛੱਤ ਤੋਂ ਛਾਲਾ ਮਾਰ ਕੇ ਉੱਤੇ ਡਿੱਗ ਜਾਂਦੇ ਨੇ, ਵੱਢ ਲੈਂਦੇ ਨੇ ਚੂਹੇ। ਸੋ ਇਹ ਤਾਂ ਇੱਕ ਨਿੱਕੀ ਜਿਹੀ ਉਦਾਹਰਨ ਹੈਗੀ ਆ, ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਬਾਬਾ ਭਿੰਦਾ ਜੀ ਉਹ ਵੀ ਇੱਥੇ ਮੌਜੂਦ ਨੇ। ਬਾਬਾ ਜੀ, ਤੁਸੀਂ ਵੀ 1 ਸਾਲ ਤੋਂ ਲਗਾਤਾਰ ਇੱਥੇ ਆਪਣੀ ਸੇਵਾ ਦੇ ਰਹੇ ਹੋ। ਪਹਿਲਾਂ ਤਾਂ ਤੁਹਾਡੇ ਚੈਨਲ ਵਾਲਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਉਨੀ ਸੇਵਾ ਲਈ ਆ। ਲੰਗਰਾਂ ਦੀ ਬੇਸ਼ੱਕ ਲੈ ਲਈ ਆ, ਤੇ ਬੇਸ਼ੱਕ ਸੰਗਤਾਂ ਦੇ ਜੋੜੇ ਝਾੜਨ ਦੀ ਲੈ ਲਈ ਆ। ਕਿਰਪਾ ਤੇ ਉਹਦੀ ਆ, ਰਜਾ ਵੀ ਉਹਦੀ ਆ। ਉਹਦੀ ਰਜਾ 'ਚ ਰਹਿ ਕੇ ਸਿੱਖ ਲੈਣਾ ਬੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਹਨੇਰੀਆਂ ਵੀ ਇੱਥੇ ਆਈਆਂ ਨੇ, ਤੂਫਾਨ ਵੀ ਆਏ ਨੇ, ਭੁਚਾਲ ਵੀ ਆਏ ਨੇ, ਬਾਕੀ ਕਿਸਾਨ ਨਹੀਂ ਡੋਲਿਆ। ਉਸ ਵਾਹਿਗੁਰੂ ਦੀ ਬੜੀ ਵੱਡੀ ਇੱਕ ਕਿਰਪਾ ਸੀ। ਸਭ ਤੋਂ ਵੱਡੀ ਮੈਂ ਇੱਕ ਹੀ ਗੱਲ ਕਰ ਦਿੰਦਾ ਕਿ ਉਹ ਕਲਗੀਆਂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਟੇਟ ਤੇ ਬੈਠਾ ਤੇ ਗੁਰੂ ਨਾਨਕ ਪਾਤਸ਼ਾਹ ਲੰਗਰਾਂ 'ਚ ਗੇੜੇ ਕੱਢ ਰਿਹਾ। ਇਹ ਤੋਂ ਵੱਡੀ ਗੱਲ ਅਸੀਂ ਕਹਿ ਨਹੀਂ ਸਕਦੇ। ਜਿਹੜਾ ਵੀ ਹੋਇਆ ਉਹਦੇ ਭਾਣੇ ਦੇ ਅੰਦਰ ਹੋਇਆ। ਮੱਤ ਵੀ ਪਾਤਸ਼ਾਹ ਨੇ ਮੋਦੀ ਨੂੰ ਦਿੱਤੀ ਆ, ਕਿਰਪਾ ਵੀ ਮੋਦੀ ਦੇ ਪਾਤਸ਼ਾਹ ਨੇ ਕੀਤੀ ਆ। ਹੁਣ ਜਿਹੜੇ ਹੁਣ ਉਹਦੇ ਲੋਕ ਨੇ ਸਾਰੇ ਕਹਿ ਰਹੇ ਨੇ
ਇਹ ਚੰਗਾ ਨਹੀਂ ਕੀਤਾ। ਤੇ ਜਿਹੜੇ ਉਹਦੇ ਚੇਲੇ ਨੇ ਕੁਝ ਵੀ ਲਾ ਲਓ, ਇਹ ਜੋ ਰਜਾ ਕੀਤੀ ਹੈ ਤਾਂ ਵਾਹਿਗੁਰੂ ਨੇ ਕੀਤੀ ਆ। ਤੇ ਬੜਾ ਕੁਝ ਹੋਇਆ ਇੱਥੇ। ਸਭ ਤੋਂ ਵੱਡਾ ਜਿਹੜਾ ਅਸੀਂ ਪਿਓ ਦਾਦਿਆਂ ਤੇ ਮਾਵਾਂ ਦੀਆਂ ਪੱਗਾਂ ਲਾ ਲਓ ਤੇ ਚੁੰਨੀਆਂ ਲਾ ਲਓ, ਉਹਨਾਂ ਨੂੰ ਸਾਂਭ ਕੇ ਲੈ ਕੇ ਚੱਲੇ। ਕਿਉਂ ਇੱਥੇ 1 ਸਾਲ ਹੋ ਗਿਆ, ਕਿਸੇ ਦੀ ਤਾਕਤ ਨਹੀਂ ਪਿਆ, ਕਿਸੇ ਦੀ ਤਾਕਤ ਨਹੀਂ ਪਈ ਕਿਸੇ ਦੀ ਧੀ ਭੈਣ ਨੂੰ ਮਾੜਾ ਤੱਕ ਦੇਣਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਆ। ਉਹ ਬੇਸ਼ੱਕ ਰਾਤ ਨੂੰ 12 ਵਜੇ ਹੁੰਦੀਆਂ 2 ਵਜੇ ਹੁੰਦੀਆਂ ਸੀ ਕਿ ਸਾਡੇ ਕਿਸਾਨ ਦੇ ਨੌਜਵਾਨ ਵੀਰਾਂ ਦੇ ਭਰਾਵਾਂ ਦੇ ਬਜ਼ੁਰਗਾਂ ਦੇ ਕਿ ਤਾਕਤ ਨਹੀਂ ਪਈ ਕਿ ਉਹਨਾਂ ਨੂੰ ਅੱਖ ਤੱਕ ਕੇ ਵੇਂਦੇ, ਉਹਨਾਂ ਨੂੰ ਭੈਣ ਕਹਿ ਕੇ ਬੁਲਾਉਂਦੇ ਸਾਂ, ਉਹਨਾਂ ਨੂੰ ਘਰਾਂ ਵਿੱਚ ਵੀ ਛੱਡ ਕੇ ਹੁੰਦੇ ਸਾਂ। ਇਹ ਤੋਂ ਵੱਡੀ ਗੱਲ ਤੇ ਲੰਗਰਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਕਰਾ ਰਹੇ ਨੇ। ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਤੇ ਉਹਨਾਂ ਨੇ ਸਾਡੀ ਡਿਊਟੀ ਲਾਈ ਸੀ ਤੇ ਅਸੀਂ ਚਲਾ ਰਹੇ। ਬਿਲਕੁਲ। ਸੋ ਜਿਹਦੇ ਨਾਲ ਵੀ ਗੱਲ ਕਰਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਧੰਨਵਾਦ, ਅਕਾਲ ਪੁਰਖ ਦਾ ਧੰਨਵਾਦ, ਮਹਾਰਾਜ ਦਾ ਧੰਨਵਾਦ, ਇਹੀ ਜਿਹੜਾ ਹਰ ਮੂੰਹ ਦੇ ਵਿੱਚੋਂ ਨਿਕਲ ਰਿਹਾ ਹੈ। ਕਿਉਂਕਿ ਔਖਾਂ ਸੌਖਾਂ ਜਿਹੜੀਆਂ ਕਿਸਾਨਾਂ ਨੇ ਦੇਖੀਆਂ ਨੇ ਉਹ ਇਹੀ ਮਹਿਸੂਸ ਕਰ ਸਕਦੇ ਨੇ ਜਿਹੜੇ ਇੱਥੇ ਮੌਜੂਦ ਨੇ। ਅਸੀਂ ਮਹਿਸੂਸ ਨਹੀਂ ਕਰ ਸਕਦੇ, ਸੁਣ ਕੇ ਸ਼ਾਇਦ ਥੋੜਾ ਬਹੁਤ ਸਮਝ ਸਕਦੇ ਹਾਂ, ਪਰ ਝੱਲਿਆ ਇਹਨਾਂ ਸਭ ਨਹੀਂ ਹੈ। ਭਾਈ ਸਾਹਿਬ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਵਿੰਦਰ ਸਿੰਘ ਗਿੱਲ, ਕਿਸਾਨ ਆਗੂ, ਸੂਬਾ ਜਨਰਲ ਸਕੱਤਰ। ਤੁਸੀਂ ਵੀ ਇੱਥੇ 1 ਸਾਲ ਤੋਂ ਮੌਜੂਦ ਹੋ? ਬਿਲਕੁਲ ਜੀ, ਅਸੀਂ 1 ਸਾਲ ਤੋਂ ਇੱਥੇ ਹਾਂ ਜੀ। ਕੋਈ ਇੱਕ ਗੱਲ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਇਸ 1 ਸਾਲ ਦੇ ਵਿੱਚ ਜਿਹੜੀ ਤੁਹਾਨੂੰ ਕਦੇ ਵੀ ਨਹੀਂ ਭੁੱਲਣੀ, ਹਾਲਾਂਕਿ ਸਾਰੇ ਨੇ ਕਿ ਸਾਰੇ ਹਰ ਪਲ ਇੱਥੇ ਯਾਦਗਾਰ ਰਹੂਗਾ? ਇੱਥੇ ਜੀ ਜਿਹੜੀ ਗੱਲਬਾਤ ਇਸ ਤਰ੍ਹਾਂ ਭੈਣ ਜੀ ਵੀ ਜਿੱਦਾਂ ਮੋਰਚੇ ਦੇ ਵਿੱਚ ਮੀਂਹ ਹਨੇਰੀਆਂ ਕਾਫੀ ਆਈਆਂ ਤੇ ਮੋਰਚੇ ਨੂੰ ਸਰਕਾਰ ਨੇ ਜਿਹੜਾ ਵਾ ਵੀ ਬੜੀ ਢਾਲ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਕਿਸੇ ਵੇਲੇ ਲੱਗਦਾ ਸੀ ਵੀ ਸਾਡਾ ਮੋਰਚਾ ਜਿਹੜਾ ਵਾ ਵੀ ਅਸੀਂ ਬਚਾ ਨਾ ਪਾਈਏ, ਪਰ 32 ਕਿਸਾਨ ਜਥੇਬੰਦੀਆਂ ਦੀ ਸੂਝ-ਬੂਝ ਦੇ ਨਾਲ ਤੇ ਸਾਰੇ ਇੱਥੇ ਜਿੰਨੇ ਵੀ ਵੀਰ ਬੈਠੇ ਹੋਏ ਨੇ ਜਾਂ ਲੰਗਰਾਂ ਵਾਲੇ ਬਾਬਾ ਜੀ ਨੇ ਬੈਠੇ ਹੋਏ ਨੇ, ਸਾਰਿਆਂ ਦਾ ਬੜਾ ਸਹਿਯੋਗ ਦੇ ਨਾਲ ਇੱਥੇ ਜਿਹੜਾ ਵਾ ਵੀ ਇਹਨੂੰ ਮੋਰਚੇ ਨੂੰ ਸੰਭਾਲਿਆ ਗਿਆ ਤੇ ਮੋਰਚਾ ਜਿਹੜਾ ਵਾ ਇੱਕ ਮੁੱਠ ਹੋ ਕੇ ਇਹ ਅੱਜ ਆਪਾਂ ਜਿਹੜਾ ਜਿੱਤ ਕੇ ਲੈ ਕੇ ਚੱਲੇ ਆ ਪੰਜਾਬ ਨੂੰ। ਇਹੀ ਸਭ ਤੋਂ ਵੱਡੀ ਸਾਡੀ ਜਿਹੜੀ ਆ ਸਮਝਣ ਵਾਲੀ ਤੇ ਸੋਚਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਪੰਜਾਬ ਦਾ ਏਕਾ ਜਿਹੜਾ ਵਾ ਇੱਕ ਰਿਹਾ ਵਾ। ਬਿਲਕੁਲ। ਸੋ ਏਕੇ ਦੇ ਨਾਲ ਹੀ ਏਕੇ ਦੀ ਜਿੱਤ ਹੋਈ ਹੈ, ਸੰਘਰਸ਼ ਦੀ ਜਿੱਤ ਹੋਈ ਹੈ। ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਜੀ? ਮੈਂ ਰਾਜਵੀਰ ਸਿੰਘ, ਅੰਮ੍ਰਿਤਸਰ ਤੋਂ, ਪਿੰਡ ਕਮੋ। ਤੁਸੀਂ ਵੀ 1 ਸਾਲ ਤੋਂ ਲਗਾਤਾਰ? ਅਸੀਂ ਬਿਲਕੁਲ ਜੀ ਸ਼ੁਰੂ ਤੋਂ ਆਉਂਦੇ ਰਹੇ ਹਾਂ, ਵਿੱਚ ਜਿੱਦਾਂ 15 ਦਿਨ ਚਲੇ ਜਾਣਾ ਘਰ ਦੇ ਰੁਝੇਵੇਂ। ਚਲੋ ਮਾਲਕ ਨੇ ਫਤਿਹ ਬਖਸ਼ੀ ਆ, ਭਲੇ ਕਲਾ ਦੇ ਵਾਸਤੇ ਜਿਹੜੇ ਦਿਨ ਵੇਖੇ ਇਹ 'ਚ ਕੁਰਬਾਨੀਆਂ ਵੀ ਬੜੀਆਂ ਅਸੀਂ ਦਿੱਤੀਆਂ। ਕੋਈ ਸਾਂਝੀ ਕਰਨਾ ਚਾਹੋਗੇ, ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਨਹੀਂ ਭੁੱਲ ਸਕਦੇ, ਤੁਹਾਡੇ ਮਨ ਨੂੰ ਬੜੀ ਔਖੀ? ਜਦੋਂ ਇੱਕ ਬਾਰਿਸ਼ 'ਚ ਜਿਹੜਾ ਸਿੰਘ ਸਾਡਾ ਸ਼ਹੀਦ ਹੋਇਆ, ਨਵਦੀਪ ਸਿੰਘ, ਮੈਨੂੰ ਚੰਗਾ ਚੇਤਾ। ਉਸ ਰਾਤ ਅਸੀਂ ਸਿਰਫ 3 ਜਾਣੇ ਲੰਗਰ ਦੇ ਵਿੱਚ ਹੀ, ਸਾਡੀ ਰਾਤ ਤਰਪਾਲਾਂ ਉੱਡ ਗਈਆਂ ਤੇ ਸਾਨੂੰ ਉਹ ਰਾਤ ਨਹੀਂ ਭੁੱਲਦੀ ਕਿ ਅਸੀਂ ਗਿੱਲੇ ਵੀ ਹੋ ਗਏ, ਸਾਡੇ ਸਾਰਾ ਸਮਾਨ ਵੀ ਗਿੱਲਾ ਹੋ ਗਿਆ ਤੇ ਸਾਨੂੰ ਇਹ ਮਹਿਸੂਸ ਹੋਇਆ ਵੀ ਪਰਮਾਤਮਾ ਸਾਨੂੰ ਕਿੱਥੇ ਤੂੰ ਅੱਜ ਸਾਡੇ ਦਿਆਂ ਵਾ, ਸਾਡੇ ਕੀ ਸਾਡੇ ਕੋਲ ਲੇਖੇ ਲੈ ਰਿਹਾ ਵਾ। ਮਨ ਡੋਲਦਾ ਸੀ ਵੀ ਇਕੱਲੇ ਆ, ਉੱਤੇ ਛੱਤ ਵੀ ਨਹੀਂ ਆ, ਪਰਮਾਤਮਾ ਜਿਹੜੀ ਮਾੜੀ ਮੋਟੀ ਹੈਗੀ ਉਹ ਵੀ ਤੂੰ ਡਾਲੀ ਆ। ਤੇ ਮੀਂਹ ਵੀ ਇੰਨਾ, ਬਾਰਿਸ਼ ਵੀ ਇੰਨੀ, ਸਮਾਨ ਲੰਗਰ ਦਾ ਵੀ ਸਾਰਾ ਭਿੱਜ ਗਿਆ। ਚਲੋ ਮਾਲਕ ਨੇ ਦਿਨ ਚੜਿਆ, ਦਿਨ ਹੋਰ ਹੋਇਆ, ਅਗਲਾ ਦਿਨ ਖੁਸ਼ ਹੋਰ ਹੋਇਆ। ਨਵਦੀਪ ਸਿੰਘ ਜਦੋਂ 26 ਜਨਵਰੀ ਨੂੰ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਗੱਲ ਕਰ ਰਹੇ ਹੋ? ਨਹੀਂ ਉਹ ਇਹ ਨਵਦੀਪ ਸਿੰਘ ਨਹੀਂ, ਇਹ ਜੀ ਅਸੀਂ ਪਿਛਲੇ 9-10 ਅਕਤੂਬਰ 9 ਨੂੰ ਇੱਥੇ ਆਏ। ਕਿਵੇਂ ਹੋਇਆ ਸੀ, ਕੀ ਗੱਲ ਹੋ ਗਈ ਸੀ? ਉਹ ਵੇਖੋ ਜੀ, ਉਹਨੂੰ ਤੇ ਪ੍ਰਮਾਤਮਾ ਨੇ ਜਿੱਦਾਂ ਆਵਾਜ਼ ਮਾਰ ਕੇ ਖੜਿਆ ਹੁੰਦਾ ਸੀ। ਅਸੀਂ ਉਮਰ 28 ਸਾਲ, ਨੌਜਵਾਨ ਸੀ, ਅਨਮੈਰਿਡ ਅਜੇ। ਤੇ ਉਹਦਾ ਬ੍ਰਦਰ ਦਮਨਪ੍ਰੀਤ ਸਿੰਘ, ਇਹ ਹੁਣ ਚੇਚਾ 1 ਮਹੀਨੇ ਤੋਂ ਬਾਅਦ ਅਸੀਂ ਫੇਰ ਮੋਰਚੇ 'ਚ ਜਦੋਂ ਪਾਲਿਆ ਸੀ ਬੂਟਾ, ਉਦੋਂ ਲੈ ਕੇ ਹੁਣ ਫੇਰ ਫਲ ਖਾਣ ਦਾ ਜਿੱਦਾਂ ਟਾਈਮ ਆਇਆ, ਨਹੀਂ ਰਿਹਾ ਗਿਆ ਪਿੰਡ, ਫਿਰ ਆਉਣਾ ਪਿਆ। ਬਿਲਕੁਲ, ਇਹ ਵੀ ਬਹੁਤ ਵੱਡੀ ਗੱਲ ਹੈ ਕਿ ਭਰਾ 1 ਮਹੀਨਾ ਹੀ ਹੋਇਆ ਨਾ ਹਲੇ, 1 ਮਹੀਨਾ ਪਹਿਲਾਂ ਇਸ ਅੰਦੋਲਨ ਦੀ ਭੇਟ ਚੜ ਗਿਆ, ਕੁਰਬਾਨ ਹੋ ਗਿਆ। ਤੇ ਇਹਨਾਂ ਦੇ ਛੋਟੇ ਭਰਾ ਸੀ ਜਾਂ ਵੱਡੇ ਭਰਾ ਸੀ? ਅੱਛਾ ਜੀ, ਕੀ ਨਾਮ ਹੈ ਤੁਹਾਡਾ? ਦਮਨਦੀਪ ਸਿੰਘ ਜੀ। ਤੇ ਭਰਾ ਦੀ ਕਿੰਨੀ ਉਮਰ ਸੀ? ਭਰਾ ਦੀ ਉਮਰ ਜੀ 31 ਸਾਲ ਸੀਗੀ। ਠੀਕ ਹੈ। ਤੇ ਕਿਵੇਂ ਕੀ ਗੱਲ ਹੋਈ ਸੀਗੀ, ਤੁਸੀਂ ਦੱਸੋ? ਇਹ ਦੋਵੇਂ ਚਾਚਾ ਭਤੀਜਾ ਇੱਥੇ ਆਏ ਸੀਗੇ। ਜਦੋਂ ਵੀ ਆਉਂਦੇ ਸੀ ਇਹ ਦੋਵੇਂ ਇਕੱਠੇ ਹੀ ਆਉਂਦੇ ਸੀਗੇ ਤੇ ਚਲੋ ਘਰ ਦੇ ਰੁਝੇਵਿਆਂ ਕਰਕੇ ਵਾਪਸੀ ਜਾ ਰਹੇ ਸੀ ਤੇ ਅਚਾਨਕ ਟ੍ਰੇਨ ਦੇ ਵਿੱਚ ਇੱਕਦਮ ਹੀ ਪਤਾ ਹੀ ਨਹੀਂ ਲੱਗਾ ਜੀ। ਤੇ ਜੋ ਵੀ ਬਾਅਦ ਚੋਂ ਡਾਕਟਰਾਂ ਨੇ ਦੱਸਿਆ, ਕਹਿੰਦੇ ਹਾਰਟ ਅਟੈਕ ਹੋ ਗਿਆ।
ਪਹਿਲਾਂ ਕਦੇ ਕੋਈ ਸਮੱਸਿਆ ਸੀਗੀ ਉਹਨਾਂ ਨੂੰ? ਪਹਿਲਾਂ ਭੈਣ ਜੀ ਕੋਈ ਸਮੱਸਿਆ ਨਹੀਂ ਸੀ, ਬਸ ਇੱਕਦਮ ਹੀ ਜੀ ਸੋਚਣ ਸਮਝਣ ਦਾ ਕੋਈ ਟਾਈਮ ਨਹੀਂ, ਬਸ ਇੱਕ ਗੱਲ ਕਹੀ ਆ ਵੀ ਚਾਚਾ ਮੈਨੂੰ ਘਬਰਾ ਪੈਂਦਾ, ਖਤਮ। 1 ਸੈਕਿੰਡ ਵੀ ਜ਼ਿਆਦਾ ਵਾ। ਉਹੀ ਬਾਬੇ ਨਾਨਕ ਦੀ ਗੱਲ ਆਉਂਦੀ ਆ, ਆਦਮੀ ਇੱਕ ਦਮੀ ਆ, ਦਮ ਆ ਗਿਆ। ਉੱਥੇ ਗੱਲ ਸੱਚ ਹੁੰਦੀ ਸੀ ਕਿਉਂਕਿ ਮੈਂ ਬਿਲਕੁਲ ਨੇੜੇ ਸੀ, ਹੋਰ ਕੋਈ ਨਹੀਂ। ਸਿਰਫ ਉਹ ਗੱਲ ਬਾਬੇ ਨਾਨਕ ਦੀ ਵਾਕਿਆ ਯਾਦ ਆਉਂਦੀ, ਇਨਸਾਨ ਇੱਕ ਦਮੀ ਆ। ਤੇ ਇਹ ਬਿਲਕੁਲ ਤੇ ਤੁਸੀਂ ਹੁਣ ਮੋਰਚੇ ਦੇ ਵਿੱਚ ਆਏ ਹੈਗੇ ਹੋ, ਘਰਦਿਆਂ ਨੇ ਫਿਰ ਤੁਹਾਨੂੰ ਨਹੀਂ ਰੋਕਿਆ ਕਿਉਂਕਿ ਬਹੁਤ ਵੱਡੀ ਦਲੇਰੀ ਦੀ ਗੱਲ ਹੁੰਦੀ? ਰੋਕਦੇ ਸੀਗੇ ਜਦੋਂ ਇਹੋ ਜਿਹਾ ਘਾਟਾ ਪੈ ਜੇ ਜੀ, ਘਰ ਦੇ ਵੀ ਇੱਕ ਵਾਰ ਡਰਦੇ ਆ ਭੇਜਣ ਤੋਂ, ਪਰ ਫਿਰ ਵੀ ਕਹਿੰਦੇ ਨਹੀਂ ਜਾਓ ਤੁਸੀਂ। ਬਸ ਹੁਣ ਜਿਹੜਾ ਇੱਕ ਰਹਿੰਦਾ ਵਾ ਵੀ ਮੋਰਚਾ ਫਤਿਹ ਵੀ ਹੋ ਗਿਆ। ਫਤਿਹ ਵੀ ਭਰਾ ਉਦੋਂ ਗਿਆ ਵਾ ਜਦੋਂ ਬਹੁਤ ਹੀ ਨੇੜੇ, ਸਿਰਫ ਦਿਲ 'ਚ ਇਹ ਰਹੂਗਾ ਵੀ ਸ਼ੁਰੂ ਤੋਂ ਪਹਿਲੇ ਦਿਨਾਂ ਤੋਂ ਤੁਰਿਆ ਹੋਇਆ, ਜਿੱਤ ਨਹੀਂ ਵੇਖ ਸਕਿਆ ਬਸ। ਬਾਕੀ ਉਹਨਾਂ ਦੀਆਂ ਕੁਰਬਾਨੀਆਂ ਦਾ ਕਰਕੇ ਅਸੀਂ ਜਿੱਤ ਪ੍ਰਾਪਤ ਕੀਤੀ ਆ। ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਸਾਨੂੰ ਇੱਥੋਂ ਤੱਕ ਮੌਕਾ ਮਿਲਿਆ। ਭੈਣ ਜੀ ਤੁਸੀਂ ਇੱਕ ਗੱਲ ਕੀਤੀ ਸੀ ਵੀ ਇੱਥੇ ਮੋਰਚੇ ਦੇ ਵਿੱਚ ਜਿਹੜੀ ਆ ਵੀ ਕਿਹੜੀ ਚੀਜ਼ ਤੁਹਾਨੂੰ ਚੇਤੇ ਰਹੂਗੀ। ਸਾਨੂੰ ਸਾਡੇ ਜਿਹੜੇ 700 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਆ, ਜਿਹੜੇ ਅਸੀਂ ਆਪਣੇ ਮੋਢਿਆਂ ਦੇ ਉੱਪਰ ਢੋਏ ਆ, ਉਹ ਸਾਨੂੰ ਹਮੇਸ਼ਾ ਯਾਦ ਰਹਿਣਗੇ। ਜ਼ਾਲਮ ਸਰਕਾਰ ਨੇ ਜਿਹੜਾ ਵਾ ਵੀ ਸਾਡੇ ਨਾਲ ਜਿਹੜਾ ਧੱਕਾ ਕੀਤਾ, ਸਾਨੂੰ 1 ਸਾਲ ਤੋਂ ਵੱਧ ਜਿਹੜਾ ਇਹਨਾਂ ਸੜਕਾਂ ਤੇ ਰੋਲਿਆ ਕਿ ਅਸੀਂ ਆਪਣੇ ਖੇਤਾਂ ਵਿੱਚ ਚੰਗੀ ਭਲੀ ਆਪਣਾ ਗੁਜ਼ਰ ਗੁਜ਼ਾਰਾ ਕਰਦੇ ਸੀ, ਪਰ ਸਰਕਾਰਾਂ ਦੀਆਂ ਮਾੜੀਆਂ ਨੀਤਾਂ ਦੇ ਨਾਲ ਜਿਹੜਾ ਵਾ ਅਸੀਂ ਦਿੱਲੀ ਦੀਆਂ ਸੜਕਾਂ ਤੇ ਮਜਬੂਰ ਹੋ ਕੇ ਬਹਿਣਾ ਪਿਆ ਸਾਨੂੰ, ਕਿ ਜਿਹੜਾ ਸਾਡਾ ਜਿਹੜਾ ਕਿੱਤਾ ਵਾ ਉਹ ਵੀ ਹੁਣ ਖੋਣ ਦੇ ਕਦਾਰ ਦੇ ਹੋ ਗਏ ਸੀ। ਬਾਕੀ ਜਿਹੜੀ ਸਾਡੀ ਜਵਾਨੀ ਆ ਉਹ ਤਾਂ ਤੁਹਾਨੂੰ ਅੱਗੇ ਹੀ ਪਤਾ ਵਾ ਵੀ ਜਵਾਨੀ ਜਿਹੜੀ ਆ ਸਾਡੀ, ਇਹਨਾਂ ਨੇ ਬੇਰੁਜ਼ਗਾਰੀ ਕਰਕੇ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਨੌਜਵਾਨ ਜਿਹੜੇ ਆ ਸਾਡੇ ਚਲੇ ਗਏ ਆ। ਪਰ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ ਆ, ਪਰ ਪਹਿਲੇ ਸਮੇਂ ਦੇ ਵਿੱਚ ਜੇ ਕਿਸੇ ਦਾ ਬੱਚੇ ਨੂੰ ਕੋਈ ਮਾੜੀ ਇੱਕ ਸਮਝ ਲਓ ਵੀ ਮਾੜਾ ਸਰਾਫ ਦੇਣਾ ਨਾ, ਤੇ ਉਹਨੂੰ ਕਹਿੰਦੇ ਸੀ ਜਾਂ ਤੇਰਾ ਪੁੱਤ ਪਰਦੇਸੀ ਹੋ ਜੇ। ਤੇ ਜਿਹੜੇ ਬੱਚੇ ਪਰਦੇਸੀ ਹੋ ਜਾਂਦੇ ਆ, ਜਿਹੜੇ ਮਾਪੇ ਇੱਥੇ ਰਹਿੰਦੇ ਆ, ਉਹਨਾਂ ਦਾ ਦਿਲ ਪੁੱਛਿਆ ਜਾਣਦਾ ਵਾ ਜਦੋਂ ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੁੰਦਾ। ਵੀ ਇੱਥੇ ਜੇ ਸਾਡੇ ਚੰਗੇ ਕਾਰੋਬਾਰ ਹੋਣ, ਸਾਡਾ ਚੰਗੀ ਖੇਤੀ ਹੋਵੇ, ਸਾਡਾ ਚੰਗਾ ਰੁਜ਼ਗਾਰ ਹੋਵੇ, ਤੇ ਸਾਨੂੰ ਆਪਣੇ ਬੱਚੇ ਬਾਹਰ ਭੇਜਣ ਦੀ ਲੋੜ ਨਹੀਂ ਹੈਗੀ। ਬਿਲਕੁਲ। ਸੋ ਜਿਵੇਂ ਇਹਨਾਂ ਨੇ ਕਿਹਾ ਕਿ 700 ਜਾਣੇ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ, ਜਿਨ੍ਹਾਂ ਨੂੰ ਅਸੀਂ ਆਪਣੇ ਮੋਢਿਆਂ ਤੇ ਢੋਇਆ ਹੈ। ਇਹ ਮਿਸਾਲ ਇਹਨਾਂ ਦੇ ਭਰਾ ਦੀ ਮੌਤ ਹੋਈ ਹੈ 1 ਮਹੀਨਾ ਪਹਿਲਾਂ, ਤੇ ਫਿਰ ਮੋਰਚੇ ਵਿੱਚ ਡਟੇ ਨੇ। ਔਰ ਇਸ ਤੋਂ ਵੱਧ ਸਰਕਾਰਾਂ ਦੀ ਬੇਸ਼ਰਮੀ ਕੀ ਹੋ ਸਕਦੀ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਕਿਹਾ ਜਾਂਦਾ ਕਿ ਸਾਡੇ ਕੋਲ ਕਿਸਾਨਾਂ ਦੀਆਂ ਮੌਤਾਂ ਦਾ ਰਿਕਾਰਡ ਹੀ ਨਹੀਂ ਹੈਗਾ। ਇਸ ਤੋਂ ਵੱਧ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਸੰਵੇਦਨਸ਼ੀਲਤਾ ਕੀ ਹੋ ਸਕਦੀ ਹੈ ਜਦੋਂ ਸਰਕਾਰ ਇੰਨੇ ਬੇਸ਼ਰਮੀ ਭਰੇ ਜਿਹੜੇ ਬਿਆਨ ਹੈ ਉਹ ਦਿੰਦੀ ਹੈ। ਸੋ ਭਾਈ ਸਾਹਿਬ, ਜਦੋਂ ਸਰਕਾਰ ਦੇ ਹਾਕਮਾਂ ਦੇ ਜਿਹੜੇ ਵਜ਼ੀਰ ਹੈਗੇ ਨੇ, ਉਹਨਾਂ ਦੇ ਇਹੋ ਜਿਹੇ ਬਿਆਨ ਆਉਂਦੇ ਸੀ, ਕਦੇ ਕਿਸਾਨਾਂ ਨੂੰ ਅੱਤਵਾਦੀ ਕਹਿਣਾ, ਕਦੇ ਕੁਛ ਕਹਿਣਾ, ਕਦੇ ਕਹਿਣਾ ਕਿ ਅਸੀਂ ਕਿਹੜਾ ਇਹਨਾਂ ਨੂੰ ਕਿਹਾ ਵੀ ਤੁਸੀਂ ਮਰ ਜਾਓ, ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਉਹ ਦਿੱਤੇ ਜਾਂਦੇ ਨੇ। ਕਦੇ ਤੁਸੀਂ ਕੁਝ ਲਿਖਿਆ ਉਸ ਚੀਜ਼ ਨੂੰ ਲੈ ਕੇ, ਕੁਝ ਸਾਂਝਾ ਕਰਨਾ ਚਾਹੋਗੇ? ਹਾਂਜੀ, ਉਹ ਤੇ ਬਹੁਤ ਕਵਿਤਾਵਾਂ ਜੀ, ਫਿਰ ਥੋੜਾ ਸਰਚ ਕਰਨਾ ਪੈਣਾ ਜੀ ਬਹੁਤ, ਕਿਉਂਕਿ ਪੌਣੇ 500 ਕਵਿਤਾ ਲਿਖੀ ਹੈ ਜੀ ਮੈਂ। ਸਮੇਂ-ਸਮੇਂ ਤੇ ਜੋ ਸਰਕਾਰ ਦਾ ਹਰ ਜਵਾਬ ਇੱਕ ਢੰਗ ਆਪਣੇ ਤਰੀਕੇ ਨਾਲ ਕਵਿਤਾ ਰਾਹੀਂ ਦਿੱਤਾ ਜੀ, ਸਟੇਜ ਤੋਂ ਬੋਲ ਕੇ ਦਿੱਤਾ, ਰੋਜ਼ ਸਟੇਜ ਤੋਂ 1-2 ਕਵਿਤਾਵਾਂ ਲੰਮਾ ਸਮਾਂ ਲਗਭਗ ਆਪਾਂ ਸਾਂਝੀਆਂ ਕੀਤੀਆਂ ਜੀ। ਸੋ ਗੱਲ ਵੇਖੋ, ਅੱਜ ਭਾਵੇਂ ਖੁਸ਼ੀ ਦਾ ਮੌਕਾ, ਇੰਨੇ ਬੰਦਿਆਂ ਨੇ ਜੋ ਮੋਰਚੇ ਦੀ ਹਾਲਾਤ ਦੱਸੇ ਆ, ਕਿੰਨਾ ਮਾੜਾ ਸਮਾਂ ਜਿਹੜਾ ਅਸੀਂ ਉਦੋਂ ਦੱਸ ਨਹੀਂ, ਬਿਆਨ ਨਹੀਂ ਕਰ ਸਕਦੇ ਵੀ ਜੋ ਪਿੰਡਾਂ ਦੇ ਉੱਤੇ ਹੰਢਾਇਆ। ਤੁਸੀਂ ਇੱਕ ਅੱਧੀ ਗੱਲ ਜ਼ਰੂਰ ਸਾਂਝੀ ਕਰੋ। ਤੁਸੀਂ ਕਿਹਾ ਸੀ ਕਿ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ ਹੀ ਨਹੀਂ ਹੈਗੀਆਂ, ਪਤਾ ਲੱਗਣਾ ਚਾਹੀਦਾ ਹੈ ਕਿ ਕੀ ਕੁਝ ਹੰਢਾਇਆ ਹੈ, ਕੀ ਤੁਹਾਨੂੰ ਜਿਹੜਾ ਦਿਲ ਨੂੰ ਜਿਹੜੀ ਸੱਟ ਲੱਗੀ ਸਭ ਤੋਂ ਵੱਧ? ਵੇਖੋ ਜੀ, ਸੱਟਾਂ ਤੇ ਬਿਆਨ ਤੇ ਆ ਜੀ, ਕਿਉਂਕਿ ਸਾਡੇ ਹੱਥਾਂ 'ਚ ਬਾਪੂ, ਸਾਡਾ 15-20 ਦਿਨ ਪਹਿਲਾਂ ਬਾਪੂ ਸੋਹਣ ਸਿੰਘ ਜੀ ਸਾਡੇ ਹੱਥਾਂ 'ਚ ਵਿਛੋੜਾ ਦੇ ਗਿਆ ਜੀ। ਉਹ ਡਾਕਟਰ ਸਾਹਿਬ ਹੋਣਾ ਬਹੁਤ ਸੇਵਾ ਕੀਤੀ ਉਸ ਬਜ਼ੁਰਗ ਦੀ, ਬੜਾ ਕੁਰਬਾਨੀ ਵਾਲਾ ਬੰਦਾ ਸੀ। ਇੱਕ ਇਤਿਹਾਸ ਗਵਾਚ ਗਿਆ ਸਾਡੇ ਹੱਥਾਂ 'ਚੋਂ। 95 ਸਾਲ ਉਮਰ ਸੀ, 47 ਉਹਨਾਂ ਵੇਖੀ ਅੱਖੀਂ ਜੰਗਾਂ ਉਹਨਾਂ ਵੇਖੀਆਂ, ਤੇ 65-71 ਵਾਲੀਆਂ ਚੀਨ ਵਾਲੀ ਜੰਗ ਉਹਨਾਂ ਵੇਖੀ, ਫਿਰ 84 ਸਾਰਾ ਨਾ ਪਿੰਡੇ ਤੇ ਹੰਢਾਇਆ ਜੀ ਫਿਰ। ਤੇ ਬੜੇ ਵੱਡੀ ਕੁਰਬਾਨੀ ਵਾਲਾ ਬਾਪੂ ਸੋਹਣ ਸਿੰਘ ਸੀ। ਤੇ ਜਦੋਂ ਇਦਾਂ ਦੀਆਂ ਹੱਥਾਂ 'ਚੋਂ ਇਹ ਵਿਛੜ ਗਈਆਂ ਰੂਹਾਂ, ਤੇ ਫਿਰ ਜਦੋਂ ਚੇਤਾ ਆ ਜਾਂਦਾ, ਫਿਰ ਦਰਦ ਦੇ ਦਿਲਾਂ 'ਚ ਫਿਰ ਉੱਠਦਾ ਜੀ। ਫਿਰ ਕਦੇ ਇਹੋ ਜਿਹਾ ਸਮਾਂ ਆਇਆ ਕਿ ਤੁਸੀਂ ਡੋਲ ਗਏ ਹੋਵੋ, ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਅਸੀਂ ਇੱਥੋਂ ਜਾਣਾ ਚਾਹੀਦਾ, ਹੁਣ ਇਹਨਾਂ ਨੇ ਨਹੀਂ ਮੰਨਣਾ ਹੈਗਾ, ਕਿਉਂਕਿ ਤੁਸੀਂ ਇੱਕ ਲੰਬਾ ਸਮਾਂ ਰਹੇ ਹੋ, ਘਰ ਦੇ ਵੀ ਪ੍ਰੈਸ਼ਰਾਈਜ਼ ਕਰਦੇ ਹੋਣਗੇ ਕਦੇ ਨਾ ਕਦੇ ਕੋਈ ਦੋਸਤ ਮਿੱਤਰ ਵੀ ਤਾਨੇ ਮਿਹਣੇ ਮਾਰਦੇ ਹੋਣਗੇ, ਕਦੇ ਮਨ ਡੋਲਿਆ? ਨਹੀਂ, ਜਿਹੜੀ ਗੱਲ ਮਿਹਣਿਆਂ ਦੀ, ਮਿਹਣੇ ਤੇ ਬਹੁਤ ਵੱਜੇ ਆ ਜੀ।
ਜਦੋਂ ਪਿੰਡ ਜਾਈਦਾ ਸੀ ਕਹਿੰਦੇ ਵੀ ਕਿੱਦਣ ਤੁਸੀਂ ਹੁਣ ਜਾਣਾ ਵਾਪਸ, ਮੋਰਚੇ ਨਹੀਂ ਜਾਣਾ। ਜੇ ਕਿਤੇ ਇੱਕ ਚਿਰ ਬਾਅਦ ਆਪਾਂ ਚੱਲ ਗਏ ਜੀ, ਕੁਝ ਭਰਾ ਸਵਾਲ ਕਰਦੇ ਸੀ ਵੀ ਹੁਣ ਮੋਰਚੇ 'ਚ ਨਹੀਂ ਜਾਣਾ, ਜਦ ਕਿ ਉਹਨਾਂ ਦਾ ਵੀ ਮੋਰਚਾ ਸਭ ਦਾ ਸਾਂਝਾ ਸੀ ਜੀ। ਇਕੱਲੇ ਜਿੰਨੇ ਮੋਰਚਾ ਲਾ ਕੇ ਬੈਠੇ ਇਹਨਾਂ ਦਾ ਥੋੜਾ ਸੀ। ਜਿੱਤਿਆ ਵੀ ਤਾਂ ਹੀ ਆ, ਸਭ ਨੇ ਮਿਹਨਤ ਕੀਤੀ ਆ, ਪਰ ਕੁਝ ਰੂਹਾਂ ਇਦਾਂ ਦੀਆਂ ਹੈਗੀਆਂ ਸੀ ਸਮਾਜ ਦੇ ਵਿੱਚ ਜੀ। ਹੁਣ ਉਹਨਾਂ ਦਾ ਕੀ ਰਵੱਈਆ ਹੈ? ਹੁਣ ਤਾਂ ਉਹਨਾਂ ਦੇ ਫੋਨ, ਮੇਰਾ ਫੋਨ ਬੰਦ ਹੀ ਨਹੀਂ ਹੋ ਰਿਹਾ ਜੀ, ਉਹਨਾਂ ਦੇ ਜ਼ਿਆਦਾ ਫੋਨ ਆ ਰਹੇ ਆ। ਸੋ ਗੱਲ ਇੱਥੇ ਬਹੁਤ ਕੁਝ ਵੇਖਿਆ ਜੀ, ਬਹੁਤ ਕੁਝ। ਇੱਕ ਛੋਟੀ ਜੀ ਮੈਂ ਘਟਨਾ ਆਪ ਜੀ ਨਾਲ ਸਾਂਝੀ ਕਰਾਂਗਾ, ਜਿੱਦਾਂ ਦੀਆਂ ਘਟਨਾਵਾਂ ਜਿਹੜੀਆਂ ਲੁਕੀਆਂ ਰਹਿ ਜਾਣੀਆਂ ਜੀ। ਇੱਥੇ ਜੀ ਚਮਕੌਰ ਸਾਹਿਬ ਤੋਂ ਸ਼ਾਇਦ ਪਰਿਵਾਰ ਜੀ ਸਾਡੇ ਲਾਗੇ ਲੰਗਰ ਆ ਪਰੌਂਠਿਆਂ ਵਾਲਾ ਜੀ। ਉਹ ਇੱਕ ਪਿੰਡ ਦੀ ਗੱਲ ਆ ਜੀ। ਇੱਕ ਪਿੰਡ ਜਦੋਂ 26 ਨੂੰ ਕਾਲ ਗਈ ਨਾ ਵੀ ਟਰੈਕਟਰ ਦਿੱਲੀ 'ਚ ਲੈ ਕੇ ਆਉਣੇ ਆ ਜੀ, 26 ਦੀ ਕਾਲ ਗਈ। ਉਹ ਦੋਵੇਂ ਜੀ ਜਿਹੜੇ ਸੀ ਨਾ, ਪਤੀ ਪਤਨੀ ਦਾ, ਆਪਣੀ ਰਸੋਈ 'ਚ ਬਹਿ ਕੇ ਗੱਲਾਂ ਕਰਦੇ ਆ ਵੀ ਸਾਡੇ ਕੋਲ ਤਾਂ ਟਰੈਕਟਰ ਹੈ ਨਹੀਂ, ਸਾਰੇ ਪਿੰਡ ਕੋਲ ਟਰੈਕਟਰ ਆ। ਉਸ ਬੰਦੇ ਨੇ ਵੀ ਖੜਨਾ, ਨੰਬਰਦਾਰਾਂ ਵੀ ਖੜਨਾ, ਸਰਪੰਚਾਂ ਵੀ ਖੜਨਾ, ਤੇ ਅਸੀਂ ਟਰੈਕਟਰ ਕਿਹੜਾ ਖੜਾਂਗੇ। ਉਹਨਾਂ ਦੇ ਅੰਦਰ ਅਣਖ ਗੈਰਤ ਜਜ਼ਬਾ ਸੀ, ਪਰ ਟਰੈਕਟਰ ਆਪਣਾ ਨਹੀਂ ਸੀ। ਉਹਨਾਂ ਦਾ ਬੇਟਾ 18 ਸਾਲਾਂ ਦਾ, ਮੁੱਛ ਫੁੱਟਦੀ ਸੀ ਅਜੇ, ਉਹ ਸੁਣਦਾ ਰਿਹਾ ਗੱਲਾਂ ਮਾਂ-ਬਾਪ ਦੀਆਂ। ਉਹਨੇ ਨਾ ਥੋੜ੍ਹੇ ਚਿਰ ਬਾਅਦ, ਘੰਟੇ ਕੁ ਬਾਅਦ ਕਹਿੰਦਾ ਵੀ ਮੇਰੇ ਕੱਪੜੇ ਜਿਹੜੇ ਕਿ ਬੈਗ 'ਚ ਪਾ ਦਿਓ, ਮੇਰੇ ਇੰਨੇ ਕੁ ਕੱਪੜੇ। ਕਹਿੰਦੇ ਵੀ ਤੂੰ ਕੀ ਕਰਨੇ? ਆਂਦਾ ਵੀ ਮੈਂ ਦਿੱਲੀ ਜਾਣਾ। ਉਹਦੀ ਮਾਤਾ ਆਂਦੀ ਵੀ ਇੰਨੇ ਟਰੈਕਟਰ ਜਾਣੇ ਪਿੰਡੋਂ, ਆਪਣੇ 10-15 ਟਰੈਕਟਰ ਜਾਣੇ, ਕਿਹਦੇ ਟਰੈਕਟਰ ਤੇ ਜਾਣਾ, ਕਿਹੜੀ ਸੰਗਤ ਨਾਲ ਜਾਣਾ? ਉਹ ਕਹਿੰਦਾ ਵੀ ਤੁਸੀਂ ਕਹਿੰਦੇ ਤੁਹਾਡਾ ਟਰੈਕਟਰ ਹੈ ਨਹੀਂਗਾ, ਮੈਂ ਤੁਹਾਡਾ ਟਰੈਕਟਰ ਆ, ਪੁੱਤ ਤੁਹਾਡਾ, ਤੇ ਤੁਹਾਡਾ ਟਰੈਕਟਰ ਤੁਰ ਕੇ ਦਿੱਲੀ ਜਾਊਗਾ ਜੀ, ਰੋਡ ਤੇ ਜੀ। ਉਹ ਨੌਜਵਾਨ ਉਹ ਫਿਰ ਭਾਵੁਕ ਹੋ ਗਏ। ਕੱਲਾ ਉਹਨਾਂ ਦਾ ਬੱਚਾ ਸੀ, ਉਹਨਾਂ ਦਾ ਨਾਂ ਭੈਣ ਸੀ, ਹੋਰ ਕੋਈ ਕੱਲਾ ਭਰਾ ਸੀ, ਇੱਕੋ ਸੀ। ਮਾਂ ਜਿਹੜੀ ਭਾਵੁਕ ਹੋ ਗਈ, ਉਹਨਾਂ ਕਿ ਵੀ ਮੈਂ ਜਿਹੜੀ ਆਵਾਜਾਈ ਆ, ਵੱਡਾ ਰੋਡ ਆ ਦਿੱਲੀ ਵਾਲਾ ਜੀ, ਇੱਥੇ ਅੱਖ ਨਹੀਂ ਝਮਕੀ ਜਾਂਦੀ, ਇੰਨਾ ਜ਼ਿਆਦਾ। ਮੇਰਾ ਵੀ ਐਕਸੀਡੈਂਟ ਹੋ ਗਿਆ ਸੀ, ਬਹੁਤ ਤਕੜਾ ਜੀ, ਬਹੁਤ ਵੱਡੀ ਸੱਟ ਲੱਗ ਗਈ ਸੀ। 4 ਬੰਦੇ ਸਾਡੇ ਹਸਪਤਾਲ ਦਾਖਲ ਰਹੇ, ਪਾਣੀਪਤ ਜੀ। ਫਿਰ ਉਹ ਵਾਪਸ ਪਿੰਡ ਚਲੇ ਗਏ। ਉਦੋਂ ਵੀ ਬੜਾ ਇੱਕ ਸਹਿਮ ਦਾ ਮਾਹੌਲ ਸਾਡੇ ਪਿੰਡ 'ਚ ਪੈਦਾ ਹੋ ਗਿਆ ਸੀ ਵੀ ਬਹੁਤ ਭਿਆਨਕ ਸੀ ਐਕਸੀਡੈਂਟ। ਉਹਨਾਂ ਕਿਹਾ ਵੀ ਇੰਨਾ ਰੋਡ ਵਗਦਾ। ਫਿਰ ਉਹਨਾਂ ਕਿਹਾ ਵੀ ਇਹਨੂੰ ਰੋਕੋ ਨਾ, ਵੀ ਇਹਨਾਂ ਨੂੰ ਤੇ ਜਾਗਰੂਕ ਕਰਨ ਲਈ ਆਪਾਂ ਇਹ ਜੰਗ ਲੜ ਰਹੇ ਹਾਂ, ਤੇ ਇਹੋ ਜਿਹੇ ਆਪਾਂ ਜਿਹੜੇ ਜਜ਼ਬੇ ਇਹਨਾਂ ਨੂੰ ਨਾ ਦੱਬਿਓ। ਇਹਨਾਂ ਨੂੰ ਪਿੰਡ ਦੇ ਕਿਸੇ ਗ੍ਰੰਥੀ ਸਿੰਘ ਨੇ ਕਿਹਾ ਜੀ, ਉਹਨੇ ਕਿਹਾ ਮੈਂ ਅਰਦਾਸ ਕਰਦਾ, ਪਾਠ ਕੀਤਾ ਪਿੰਡ ਗੁਰਦੁਆਰਾ ਸਾਹਿਬ, ਅਰਦਾਸ ਕਰਕੇ ਤੇ ਫਿਰ ਜਦੋਂ ਤੁਰ ਲੱਗਾ, ਮਾਂ ਕਹਿੰਦੀ ਵੀ ਜੇ ਤੂੰ ਸਾਡਾ ਟਰੈਕਟਰ ਹੈ, ਮੈਂ ਤੁਹਾਡੀ ਟਰਾਲੀ ਆ ਤੇਰੀ, ਤੇ ਮੈਨੂੰ ਨਾਲ ਲੈ ਕੇ ਜਾ। ਫਿਰ ਮਾਂ ਨੂੰ ਕਿਉਂ ਛੱਡ ਕੇ ਚੱਲਿਆ ਪਿੰਡ, ਤੇ ਮੈਂ ਵੀ ਕਿਸੇ ਟਰੈਕਟਰ ਤੇ ਨਹੀਂ ਜਾਣਾ, ਮੈਂ ਵੀ ਤੇਰੇ ਨਾਲ ਹੀ ਜਾਣਾ। ਫਿਰ ਉਹ ਪੁੱਤ ਕਹਿੰਦਾ ਵੀ ਜੇ ਮਾਤਾ, ਹਾਂ ਤੂੰ ਟਰਾਲੀ ਮੰਨ ਲਿਆ ਤੈਨੂੰ, ਪਰ ਜਿੱਥੇ ਤੂੰ ਥੱਕ ਗਈ ਤੈਨੂੰ ਮੈਂ ਮੋਢੇ ਚੁੱਕ ਕੇ ਖੜਨਾ ਮੈਂ, ਤੇ ਰਾਹ 'ਚ ਆਪਾਂ ਰੈਸਟ ਨਹੀਂ ਕਰਨੀ ਜਿੱਥੋਂ ਤੱਕ, ਜੇ ਪੁੱਤ ਦੇ ਮੋਢਿਆਂ ਦੇ ਜਿੱਥੋਂ ਤੱਕ ਜਾਣਾ, ਤੇ ਫਿਰ ਤੈਨੂੰ ਮਾਤਾ ਮੇਰੇ ਨਾਲ ਚੱਲ, ਤੂੰ ਜਿੱਥੋਂ ਤੱਕ ਤੂੰ ਤਗੜੀ ਹੈ ਗਾੜੀ, ਮੈਂ ਫਿਰ ਤੇਰਾ ਪੁੱਤ ਤਗੜਾ, ਤੈਨੂੰ ਚੁੱਕ ਕੇ ਨਾਲ ਆਪਣੇ ਖੜੂ ਮੋਰਚੇ 'ਚ ਜੀ। ਸੋ ਰਸਤੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਾ, ਕਿਉਂਕਿ ਹਾਂ ਜਿੱਥੇ ਕਿੰਤੂ ਪਰੰਤੂ ਕਰਨ ਵਾਲੇ ਲੋਕ ਨੇ, ਜਿੰਨਾ ਮੋਰਚੇ ਨਾਲ ਮੁਹੱਬਤ ਕੀਤੀ, ਜਿਨ੍ਹਾਂ ਨੂੰ ਪਤਾ ਸੀ ਸਾਡੀ ਨਸਲਾਂ ਦੀ ਲੜਾਈ ਹੈ, ਜਿਨ੍ਹਾਂ ਨੂੰ ਪਤਾ ਸੀ ਵੀ ਸਭ ਕੁਝ ਤਬਾਹ ਹੋ ਚੱਲਿਆ, ਮੋਰਚੇ ਨੇ ਬਚਾਉਣਾ, ਉਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਹੀ ਇਸ ਮੋਰਚੇ ਦਾ ਸਮਰਥਨ ਤੇ ਸੇਵਾ ਮਦਦ ਕੀਤੀ ਜੀ। ਜਦੋਂ ਰਸਤੇ 'ਚ ਪਤਾ ਲੱਗਦਾ ਹੈ ਨਾ ਲੋਕਾਂ ਨੂੰ ਵੀ ਆਹ ਬੰਦਾ ਜਿਹੜਾ, ਇਹਦੀ ਇਹ ਸਟੋਰੀ ਇੱਦਾਂ ਆ ਰਿਹਾ, ਤੇ ਹੱਥਾਂ ਥੱਲੇ ਪੈਰਾਂ ਥੱਲੇ ਹੱਥ ਰੱਖਦੇ ਰਹੇ ਲੋਕ। ਉਹਨੂੰ ਪਾਣੀ ਗਰਮ ਕਰਕੇ, ਉਹਨਾਂ ਕਿਹਾ ਵੀ ਉਦੋਂ ਸਿਆਲ ਦੇ ਦਿਨ ਸਨ, ਭਰ ਸਿਆਲ ਸੀ। ਉਹਨੇ ਕਿਹਾ ਨਹੀਂ, ਮੈਂ ਅੰਮ੍ਰਿਤ ਵੇਲੇ ਉੱਠ ਕੇ ਫਿਰ ਮੈਂ ਚਾਲੇ ਪਾਉਣੇ, ਮੈਂ ਗਰਮ ਪਾਣੀ ਨਾਲ ਇਸ਼ਨਾਨ ਨਹੀਂ ਕਰਨਾ, ਠੰਡੇ ਪਾਣੀ ਨਾਲ ਇਸ਼ਨਾਨ ਕਰਕੇ। ਤੇ ਉਹ ਪੜਾਵਾਰ ਇੱਥੇ ਫਿਰ ਮੋਰਚੇ 'ਚ ਪਹੁੰਚਿਆ ਜੀ। ਕਿੰਨੇ ਦਿਨਾਂ 'ਚ ਉਹਨਾਂ ਨੇ ਸਫ਼ਰ ਤੈਅ ਕੀਤਾ? ਇਹ ਮੇਰੇ ਖਿਆਲ 3 ਕਿ 4 ਦਿਨ ਲੱਗੇ ਜੀ ਉਹਨੂੰ। ਹਾਂਜੀ, ਉਸ 26 ਜਨਵਰੀ ਦੀ ਕਾਲ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ, ਕਿਉਂਕਿ ਕਿਤੇ ਉਸ ਪਰਿਵਾਰ ਦੀ ਇਹ ਕਹਾਣੀ ਜਿਹੜੀ ਸਿੱਧੀ ਜਿਹੜੀ ਆਵੇ ਜੀ। ਤੇ ਉਹਦਾ ਸਾਰਾ ਮੇਰੇ ਤੋਂ ਐਡਰੈਸ, ਉਹਨਾਂ ਦਾ ਨੰਬਰ ਉਹ ਬਕਾਇਦਾ ਆਪਣੇ ਕੋਲ ਆ ਜੀ। ਮੈਂ ਸਾਰਾ ਫਿਰ ਉਹ ਨੋਟ ਕਰ ਲਿਆ, ਨਾਲ ਮੈਂ ਲਿਖ ਵੀ ਲਿਆ, ਕਲਮਬੰਦ ਵੀ ਕਰ ਲਿਆ, ਨਾਲ ਮੈਂ ਸਾਰਾ ਐਡਰੈਸ ਵੀ ਉਹਨਾਂ ਦਾ ਤਾਰ ਲਿਆ। ਇੱਕ ਛੋਟੀ ਜੀ ਹੋਰ ਜੀ, ਕੁਦਰਤ ਨੇ ਕਿਵੇਂ ਜਿਤਾਇਆ, ਕੁਦਰਤ ਕਿਵੇਂ ਵਾਪਰੀ ਮੋਰਚੇ 'ਚ। ਇੱਕ ਵਾਰ ਨਹੀਂ ਅਸੀਂ ਵੇਖੀ ਕੁਦਰਤ, ਬਹੁਤ ਵਾਰ ਕੁਦਰਤ ਅਸੀਂ ਮੋਰਚੇ 'ਚ ਵੇਖੀ ਜੀ। ਵੇਖੋ ਜੀ, ਸਾਡਾ ਲੰਗਰ ਸੀ ਖੀਰਾਂ ਦਾ, ਬਹੁਤ ਸੰਗਤ ਉਦੋਂ ਲੰਗਰ ਛਕਦੀ, ਜਿੱਦਾਂ ਭਾਈ ਕਰਨਾਲ ਵਾਲੇ, ਇਹਨਾਂ ਦਾ ਇੱਥੇ ਲੰਗਰ ਸੀ ਬਹੁਤ ਤਗੜਾ। ਇੱਥੇ ਹਜ਼ਾਰਾਂ ਲੋਕ ਇੱਕ ਦਿਨ 'ਚ ਲੰਗਰ ਛਕਦੇ ਸੀ, ਜਿੱਦਾਂ ਬਾਬਾ ਜੀ ਦਾ, ਅਮਰੀਕ ਸਿੰਘ ਜੀ ਦਾ, ਇੱਥੇ ਵੀ ਹਜ਼ਾਰਾਂ ਲੋਕ। ਉਸ ਸਮੇਂ 'ਚ ਬਹੁਤ ਜ਼ਿਆਦਾ ਇੱਥੇ ਇਕੱਠ ਸੀ, ਇੱਕ ਬਹੁਤ ਵੱਡਾ। ਖੰਡ ਮੁੱਕ ਗਈ ਤੇ ਸਾਡੇ ਨਾਲ ਦੇ ਸਾਰੇ ਕਹਿੰਦੇ ਵੀ ਹੁਣ ਸਵੇਰੇ ਵੀ ਚਲੋ ਲੰਗਰ ਵਾਧੇ ਪਾ ਦਿੰਦੇ ਇੱਕ ਦਿਨ, ਤੇ ਫਿਰ ਆਪਾਂ ਇੱਕ ਦਿਨ ਬ੍ਰੇਕ ਲਾ ਕੇ ਅਗਲੇ ਦਿਨ ਆਪਾਂ ਸ਼ੁਰੂ ਕਰ ਲਾਂਗੇ ਵੀ ਖੰਡ ਵਾਧੇ ਪੈ ਗਈ ਆ। ਇੱਦਾਂ ਅਸੀਂ ਬਹਿ ਗਏ ਜੀ, ਅਸੀਂ ਸੌਂ ਗਏ। ਮੈਨੂੰ ਕੁਦਰਤ ਵੱਲੋਂ ਮੈਂ 2-2:30 ਵਜੇ ਜ਼ਰੂਰ ਉੱਠਦਾ ਜੀ। ਮੈਂ ਉਦੋਂ ਮੈਂ ਉੱਠ ਕੇ ਕੁਝ ਕਲਮਬੰਦ ਕਰਨਾ ਹੁੰਦਾ ਨਾਲ ਹੀ, ਤੇ ਨਾਲ ਥੋੜ੍ਹਾ ਬਹੁਤਾ ਬਾਹਰ ਟਹਿਲਣਾ, ਜਾਂ ਇੱਕ ਆਦਤ ਜੀ ਬਣੀ ਹੈ ਜੀ। ਮੈਂ ਉੱਠਿਆ 2 ਵਜੇ, ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕੇ ਦੱਸਦੇ ਹਾਂ ਵੀ ਸਾਡਾ ਬੂਹੇ ਅਗਲੇ ਬੋਰੀਆਂ ਪਈਆਂ ਸੀ ਜੀ। ਜਿਹੜਾ ਸਾਡਾ ਵਿਹੜਾ ਸੀ ਸਾਡਾ, ਉਹਦੇ ਵਿੱਚ ਗਿਰੀਆਂ, ਖੰਡ, ਚੌਲ,
ਤੇ ਭਾਵੇਂ ਉਹ ਕੋਈ ਕਰਮ ਵਾਲਾ ਚੜਾ ਗਿਆ, ਪਰ ਜਿਹੜੀ ਸਾਡੀ ਗੁਰੂ ਪ੍ਰਤੀ ਸਾਡੀ ਸਰਧਾ ਸੀ ਨਾ, ਉਹਨੇ ਕਿਹਾ ਵੀ ਤੁਹਾਡਾ ਗੁਰੂ ਹੀ ਤੁਹਾਡੇ ਨਾਲ ਆ ਜੀ। ਕਿਉਂਕਿ ਇਦਾਂ ਦੀਆਂ ਰੂਹਾਂ ਵੀ ਇੱਥੇ ਬਹੁਤ ਨੇ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ, ਆਪਣਾ ਨਾਂ ਨਹੀਂ ਦੱਸਿਆ ਜੀ। ਬਿਲਕੁਲ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਅਸੀਂ ਸੁਣੀਆਂ ਸੀ। ਜਿੱਥੇ ਮਾਝੇ ਵਾਲਿਆਂ ਦਾ ਉਧਰ ਲੱਗਿਆ ਹੋਇਆ ਪੰਡਾਲ, ਤਾਂ ਉਧਰ ਬਾਬਿਆਂ ਦੀ ਸ਼ਰਦਾਈ ਦਾ ਲੰਗਰ ਸੀਗਾ, ਤੇ ਉਹ ਵੀ ਸਾਨੂੰ ਅਸੀਂ ਪੁੱਛਦੇ ਸੀ ਕਿ ਇੰਨਾ ਰਸਦ ਆਉਂਦਾ ਕਿੱਥੋਂ, ਇੰਨੇ ਬਦਾਮ। ਉਹ ਕਹਿੰਦੇ ਅਸੀਂ ਜੋ ਸਵੇਰੇ ਉੱਠਦੇ ਆ ਤੇ ਬੋਰੀਆਂ ਨੇ ਜਿਹੜੀਆਂ ਬਦਾਮਾਂ ਦੀਆਂ ਉਹ ਪਈਆਂ ਹੁੰਦੀਆਂ ਨੇ, ਦਿੱਲੀ ਦੀ ਸੰਗਤ ਰੱਖ ਕੇ ਜਾਂਦੀ ਹੈ ਜਾਂ ਕੌਣ ਰੱਖ ਕੇ ਜਾਂਦਾ, ਸਾਨੂੰ ਕੁਝ ਪਤਾ ਨਹੀਂ ਹੈ। ਸੋ ਬਾਪੂ ਸੰਤੋਖ ਸਿੰਘ ਬੈਠੇ ਨੇ, ਜਿਨ੍ਹਾਂ ਨੂੰ ਮੋਰਚੇ ਦੇ ਜਿਹੜੇ ਸਾਰੇ ਨੌਜਵਾਨ ਨੇ, ਸਾਰੇ ਜਿਹੜੇ ਵੀਰ ਹੈਗੇ ਨੇ, ਉਹ ਸਾਡਾ ਇਹ ਯੋਧਾ ਸੂਰਮਾ ਬਹਾਦਰ ਜੀ, ਤੇ ਵੱਡੇ ਦਿਲ ਵਾਲਾ, ਵੱਡੇ ਜਿਗਰੇ ਵਾਲਾ ਇਹ ਪੰਜਾਬ ਦਾ ਬੋੜ ਆ ਜੀ। ਤੇ ਇਹਨਾਂ ਵੱਲ ਵੇਖ ਕੇ ਹੀ ਸਾਡੀਆਂ ਰਗਾਂ 'ਚ ਵੀ ਜਿਹੜਾ ਕਿਤੇ ਖੂਨ ਜੇ ਥੋੜਾ ਠੰਡਾ ਹੋਣ ਲੱਗਦਾ ਸੀ, ਉਹ ਫਿਰ ਗਰਮ ਹੋ ਜਾਂਦਾ ਸੀ। ਇਹ ਬਾਪੂ ਸੰਤੋਖ ਸਿੰਘ ਨੇ ਜਿੰਨੀ ਗਰਮੀ ਇੱਥੇ ਭਰੀ ਆ ਨਾ ਜੀ, ਤੇ ਸਿਆਲ 'ਚ ਵੀ ਇਹਨਾਂ ਸਾਨੂੰ ਠੰਡ ਨਹੀਂ ਲੱਗਣ ਤੀ ਇਹਨਾਂ ਨੇ। ਇਹੋ ਜਿਹਾ ਜੋਸ਼ ਸਾਡੇ ਅੰਦਰ ਇਹ ਬਜ਼ੁਰਗ ਸਾਡਾ ਬੱਬਰ ਸ਼ੇਰ ਪੰਜਾਬ ਦਾ ਭਰਦਾ ਰਿਹਾ ਜੀ। ਸੋ ਬਾਪੂ ਜੀ ਨਾਲ ਵੀ ਉਹਨਾਂ ਦੇ ਦੋ ਸ਼ਬਦ ਆਪਾਂ ਸਾਂਝੇ ਕਰਾਂਗੇ। ਤੇ ਬਾਪੂ ਜੀ ਬੱਬਰ ਸ਼ੇਰ ਮੰਨਦੇ ਨੇ ਸਾਰੇ ਤੁਹਾਨੂੰ, ਤੇ ਕੀ ਕਹੋਗੇ? ਤੁਹਾਨੂੰ ਬਹੁਤ ਪਿਆਰ ਕਰਦੇ ਨੇ ਲੋਕ ਇੱਥੇ। ਦਿੱਲੀ ਤੋਂ ਕਈ ਵਾਰੀ ਸਾਨੂੰ ਕੋਈ ਮਿਲਦਾ ਹੈ, ਉਹ ਕਹਿੰਦੇ ਨੇ ਕਿ ਅਸੀਂ ਦਰਸ਼ਨ ਕਰਨ ਲਈ ਆਉਂਦੇ ਹਾਂ ਸਿਰਫ ਬਾਬਾ ਜੀ ਦੇ। ਕੀ ਕਹਿਣਾ ਚਾਹੁੰਦੇ ਹੋ ਸਭ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਬੇਟਾ ਸਾਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਆ। ਇਹਨਾਂ ਨੇ ਉਹ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਬਲ ਬਖਸ਼ਿਆ ਸੀ, ਉਹਨਾਂ ਨੇ ਕਰਾਇਆ। ਮਿੰਟ ਦੋਹਾਂ ਦੀ ਗੱਲ ਸੀ, 2 ਮਿੰਟਾਂ 'ਚ ਸਾਰਾ ਕੰਮ ਹੋ ਗਿਆ ਸੀ, ਕੋਈ ਬਹੁਤਾ ਟਾਈਮ ਨਹੀਂ ਸੀ ਲੱਗਾ। ਜਿਸ ਟਾਈਮ 'ਤੇ ਅਸੀਂ ਆਣ ਕੇ ਟਰਾਲੀ ਡੱਕੀ ਆ, ਅਸੀਂ ਗਾੜੀ ਸਰਵੇਖਣ ਹੀ ਕਰਨ ਆਏ ਵੀ ਗਾੜੀ ਚੱਲਦੇ ਆ, ਨਾਲ ਇੱਕ ਸਿੰਘ ਹੋਰ ਸੀ। ਉਸ ਟਾਈਮ 'ਤੇ ਜਦੋਂ ਅਸੀਂ ਆਣ ਕੇ ਸਟੇਜ ਛੋਟੀ ਲੱਗੀ ਸੀ, ਇੱਥੇ ਬੈਠੇ ਆ, ਸੰਗਤ ਬੈਠੀ ਨਾਲ, ਅਸੀਂ ਚੌਪੜੇ ਮਾਰੇ ਬੈਠ ਕੇ। ਬੰਦਾ ਉਹ ਵੀ ਸਾਡੀ ਉਮਰ ਦਾ ਸੀ, ਸਰੀਰੋਂ ਖੈਰ ਨਿੱਘਰ ਸੀ ਥੋੜ੍ਹਾ ਜਿਹਾ। ਜਿੰਨਾ ਤੁਸੀਂ ਮੈਨੂੰ ਫੜਾਇਆ, 5-7 ਮਿੰਟ ਦੇ ਵਿੱਚ ਹੀ ਉਹਨਾਂ ਨੇ ਮਤਲਬ ਅਸੀਂ ਵੀ ਸੁੱਟ ਦਿੱਤਾ। ਸੰਗਤ ਛਾਲਾਂ ਮਾਰ ਕੇ ਸਾਡੇ ਉੱਤੇ ਟੱਪ ਗਈ। ਅਸੀਂ ਮਗਰੋਂ ਉੱਠੇ ਤੇ ਨਾਲ ਦਾ ਸਿੰਘ ਉੱਠ ਕੇ ਤੁਰ ਪਿਆ, ਤੇ ਪੰਡਾਲ ਵਿਹਲਾ ਸਾਰਾ। ਤੇ ਮੈਨੂੰ ਬੜਾ ਮਹਿਸੂਸ ਹੋਇਆ ਇਸ ਬਾਤ 'ਤੇ, ਮੈਂ ਵੀ ਯਾਰ ਗੱਲ ਕੁਛ ਨਹੀਂ ਹੈ, ਅਸੀਂ ਆਖਿਆ ਵੀ ਕੁਛ ਨਹੀਂ, ਤੇ ਮਨ 'ਚ ਮਹਿਸੂਸ ਕੀਤਾ। ਮੈਂ ਬਣਾ ਇੱਧਰ ਹੋ ਜਾ, ਉਹਦਾ ਕੀ ਗੱਲ। ਮੈਂ ਉਹ ਚਲੋ ਉਹਨੇ ਸਾਰਿਆਂ ਚਲੇ ਗਿਆ। ਮੈਂ ਪ੍ਰਸ਼ਾਸਨ ਨੂੰ ਪੁੱਛਦਾ, ਮੈਂ ਉਹ ਪ੍ਰਸ਼ਾਸਨ ਵਾਲਿਓ, ਉਹ ਅਸੀਂ ਆਰਾਮ ਨਾਲ ਬੈਠੇ ਕਿਉਂ ਛੇੜਦੇ ਜੇ? ਇਹਨੇ ਗੱਲ ਕਹਿਣ ਦੀ ਦੇਰ ਤੱਕ ਗੁੱਸਾ ਆਇਆ। ਮੈਂ ਕਿਹਾ ਆਓ ਜਰਾ, ਤੁਸੀਂ ਆਪਣਾ ਜੋਰੋ, ਤੁਸੀਂ ਆਪਣਾ ਲਵਾਂਗੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੇ ਆਪਣੀ ਆਵਾਜ਼ ਪੂਰੀ ਲਾਈਫ ਭਜਾਉਣ ਵਾਸਤੇ ਵੀ ਗੋਲੇ ਦਾ ਗੋਲਾ, ਗੋਲੇ ਦਾ ਗੋਲ ਕੇ ਰਾਜੀ ਸਾਡੇ ਮਤਲਬ ਸ੍ਰੀ ਸਾਹਿਬ ਇੱਥੋਂ ਫੜਿਆ ਸੀ, ਝੰਡਾ ਵੀ ਹੱਥ 'ਚ ਸੀ। ਆਹ ਲਓ ਕਿਤੇ ਚਲਾਇਆ, ਉਹ ਲਓ ਜਿਹੜਾ ਸਾਡਾ ਫਿਰ ਮਿਆਨ ਡਿੱਗ ਪਿਆ। ਮਿਆਨ ਅਸੀਂ ਅੱਜ ਫੜ ਲਿਆ, ਤੇ ਉਹ 5 ਮਿੰਟ 3 ਮਿੰਟ ਲੱਗਣ 'ਤੇ ਉਹਨਾਂ ਮੁੜ ਕੇ ਸਿੱਧਾ ਨਿਸ਼ਾਨਾ ਬਣ ਗਿਆ ਸਟਰਕਚਰ ਮਾਰੇ 'ਚ। ਉਸ ਟਾਈਮ 'ਤੇ ਫਿਰ ਤੁਹਾਨੂੰ ਪਤਾ ਦਰਦ ਤੇ ਹੋਣੀ ਸੀ। ਅਸੀਂ ਉਹ ਮਿੰਟ ਆਪਣਾ ਸਰੀਰ ਨੂੰ ਢੱਕਿਆ, ਲੱਤਾਂ ਚੌੜੀਆਂ। ਸੱਚੇ ਪਾਤਸ਼ਾਹ ਨੇ ਚਲੀ, ਸਾਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ, ਕਿਉਂ ਅਸੀਂ ਕੋਈ ਲੜਾਈਆਂ ਐਡੀਆਂ ਲੜੀਆਂ ਨਹੀਂ ਸੀ। ਉਹ ਝੰਡਾ ਅਸੀਂ ਗਾੜੀ ਗੱਡ ਲਿਆ। ਉਹ ਜਵਾਨ ਨਾਲ ਦਾ ਜਿਹੜਾ ਸਿੰਘ ਸੀ ਆਖਣ ਲੱਗਾ, ਬਾਬਾ ਜੀ ਤੁਹਾਡੇ ਖੂਨ ਨਿਕਲਾ, ਇੱਧਰ ਆ ਜਾਓ। ਮੈਨੂੰ ਹੱਥ ਨਾਲ ਇਸ਼ਾਰਾ ਕੀਤਾ, ਮੈਂ ਕਿਹਾ ਕੋਈ ਨਹੀਂ। ਜਿਸ ਜਗ੍ਹਾ 'ਤੇ ਮੈਂ ਉਹ ਫੌਜ ਸਹੀ ਨਾਲ ਆਪਣੇ ਪੱਲੇ ਨਾਲ ਪੂੰਝਿਆ, ਤੇ ਫਿਰ ਉਹ ਆਵਾਜ਼ ਮਾਰੀ, ਫਿਰ ਮੈਂ ਉਦੋਂ ਤੁਰਿਆ। ਉਹਨੇ ਜਦੋਂ ਮੀਡੀਆ ਆ ਗਿਆ, ਉਹਨੇ ਗਾੜੀ ਉਹਦੇ ਹੋਣ ਨਹੀਂ ਦਿੱਤਾ। ਬੇਟਾ ਉਹਦੇ ਨੂੰ ਨਿਗਾਹ ਜ਼ਿਆਦੀ, ਉਹਨੂੰ ਪ੍ਰੋਬਲਮ ਕੀ ਹੋਣੀ? ਸੱਚੇ ਪਾਤਸ਼ਾਹ ਦੇ ਐਡੀ ਕਿਰਪਾ ਕੀਤੀ ਆ। ਤੇ ਉਸ ਟਾਈਮ 'ਤੇ ਜਿਹੜੇ ਅੱਗੇ ਲਾਗੇ ਸੀ ਮੇਰੇ, ਮੈਨੂੰ ਨਹੀਂ ਸੀ ਪਤਾ ਫਿਰ ਤੇ ਕੋਈ ਹੈਗਾ ਕਿ ਨਹੀਂ ਹੈਗਾ। ਮੈਂ ਤਾਂ ਸੁੱਤੇ ਸਾਂ ਨਹੀਂ ਆਖੇ ਨਾ ਉਹ ਇੱਧਰ ਜਿਹੜਾ ਪਿੱਛੇ ਨਾਕਾ ਸੀ ਨਾ, ਉਹਦੇ ਮੰਦੀ ਸੀ, ਉਹ ਬੰਦੇ ਜ਼ਿਆਦੇ ਆ। ਇਹਨਾਂ ਦਾ ਤਾਂ ਸੀ ਮੈਨੂੰ ਪਤਾ ਵੀ 2 ਆ ਕੇ 4 ਵਜੇ 5 ਵਾ, ਇੱਥੇ ਮੈਨੂੰ ਕੁਛ ਨਹੀਂ ਦਿਖਦਾ। ਤੇ ਮੈਂ ਮਤਲਬ 2 ਵਾਰੀ ਇਸ਼ਾਰਾ ਤਾਂ ਕੀਤਾ, ਜਿਵੇਂ ਉੱਤੇ ਚਲੇ ਜਾ, ਤੇ ਮੈਨੂੰ ਉੱਤੇ ਜੀ ਮਹਿਸੂਸ ਹੁੰਦੇ। ਮੈਂ ਕਿਹਾ ਥੱਲੇ ਆਓ, ਇੱਧਰ ਇੱਧਰ ਆਓ ਸਾਰਿਆਂ ਨੂੰ। ਬਹੁਤ ਗੁੱਸੇ ਨਾਲ ਉਸ ਟਾਈਮ 'ਤੇ ਸੱਚੇ ਪਾਤਸ਼ਾਹ ਨੇ ਕਿਤੇ ਬੱਚਿਆਂ ਨੇ ਮਾਰ ਕੇ ਬੱਚੇ, ਇਸ ਕਰਕੇ ਸਾਨੂੰ ਮੇਰੇ 'ਤੇ ਪਿਆਰ ਬੱਚੇ ਕਰਦੇ। ਮੈਂ ਪਿਆਰ ਬਹੁਤ ਕਰਦਾ ਵੀ ਕਿਉਂ ਬੱਚਿਆਂ ਨੇ ਹੀ ਇਹ ਮੋਰਚਾ ਤੋਂ ਤੋੜਿਆ ਸੀ। ਸਾਡੀ ਤੇ ਜਿਹੜੀ ਛੇਨੇ ਕੀਤੀ ਸੀ ਬੱਚਿਆਂ ਨੇ, ਸਾਨੂੰ ਡੱਕ ਕੇ ਫਿਰ ਮੋਰਚਾ ਤੋੜਿਆ ਸੀ। ਇਹ ਇਸ ਮੋਰਚੇ ਦੀ ਖੂਬਸੂਰਤੀ ਹੈ। ਨੌਜਵਾਨ ਕਹਿੰਦੇ ਨੇ ਕਿ ਸਾਡੇ ਬਜ਼ੁਰਗਾਂ ਦੀ ਜਿਹੜੀ ਮਜ਼ਬੂਤੀ ਹੈ, ਉਸ ਕਰਕੇ ਅਸੀਂ ਬੈਠੇ ਹਾਂ, ਤੇ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੇ ਮੋਰਚਾ ਜਿਹੜਾ ਜਿੱਤਿਆ ਹੈ। ਬਾਪੂ ਜੀ ਉਮਰ ਕਿੰਨੀ ਹੈ ਤੁਹਾਡੀ? ਔਰ ਬੇਟਾ 72 ਸਾਲ ਦੀ ਆ। 72 ਸਾਲ ਦੀ ਉਮਰ ਹੈ, ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਜਿਵੇਂ ਤੁਸੀਂ ਕਿਹਾ ਕਿ ਮੇਰੀ ਨਿਗਾਹ ਤਾਂ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ। ਸੋ ਇਹ ਜਿਹੜੀਆਂ ਗੱਲਾਂ ਨੇ, ਤੇ ਉਹ ਲੋਕੀ ਦੂਸਰੇ ਸੋਚਦੇ ਨੇ ਵੀ ਐਡੀ ਹਿੰਮਤ ਆਉਂਦੀ ਕਿੱਥੋਂ ਹੈ? ਇਹ ਸੱਚੇ ਪਾਤਸ਼ਾਹ ਦੀ ਆ। ਸਾਰ ਵੇਲੇ ਅਸੀਂ ਉਹਨੂੰ ਯਾਦ ਰੱਖਦੇ ਹਾਂ। ਕਿਉਂ ਆ ਜਿਵੇਂ ਤੁਸੀਂ ਉਹਨੂੰ ਦੱਸਦੇ ਆ, ਤੁਹਾਨੂੰ ਵੀ ਸਰਪੰਚ ਵਾਲਿਆਂ ਨੇ ਦੱਸਿਆ ਵਾ, ਇਹ ਸੱਚੇ ਪਾਤਸ਼ਾਹ ਦਾ ਸਾਨੂੰ ਤੇ ਮਤਲਬ ਭਰੋਸਾ ਇੰਨਾ ਸੀ ਵੀ ਜਦੋਂ ਅਸੀਂ ਆਪਣੇ ਅੰਦੋਲਨ ਵੇਖਦੇ ਸਾਂ, ਸੱਚੇ ਪਾਤਸ਼ਾਹ ਚਲਾ ਰਿਹਾ ਸੀ।
ਉਹ ਗੱਲ ਫਿਰ ਆਪਾਂ ਉਹ ਇੱਕ ਨਿਮਾਣ ਜਿਸ ਤਰ੍ਹਾਂ ਫਿਰ ਲੁਕੀ ਰਹਿ ਜਾਣੀ ਆ। ਇੱਕ ਬੱਚਾ ਸਾਡੇ ਨਾਲ ਚੌਥੇ ਕੁ ਦਿਨ ਸਾਨੂੰ ਮਿਲਿਆ, ਇੱਥੇ ਆਇਆ ਤੇ ਆਇਆ ਉਹ ਟਰਾਲੀਆਂ ਦੇ ਵਿੱਚ ਪਿੱਛੇ ਜੋ ਪਿੱਛੋਂ ਬਾਅਦ ਸੰਗਤ ਆਈ ਆ। ਪਰਮਨ ਨਿਮਾਣਾ ਮੈਸ ਮੁੰਡੇ ਦਾ ਨਾਂ ਸ਼ਾਇਦ ਪਟਿਆਲਾ ਯੂਨੀਵਰਸਿਟੀ ਪੜ੍ਹਦਾ ਸੀ ਤੇ ਸਰੀਰ ਦਾ ਵੀ ਹੋਇਆ ਤੇ ਉਮਰ ਛੋਟੀ, ਅਸੀਂ ਯੂਨੀਵਰਸਿਟੀ ਪੜ੍ਹਦਾ ਸੀ। ਉਹ ਆਣ ਕੇ ਤੇ ਮਿਲਿਆ ਤੇ ਬੜਾ ਨਾ ਮਤਲਬ ਪ੍ਰਸੰਨ ਜੇ ਤੇ ਪਹਿਲਾਂ ਤੇ ਮੁੜ ਕੇ ਬਾਅਦ ਜੇ ਗੱਲ ਛਿੜ ਤੇ ਰੋ ਪਿਆ। ਮੈਂ ਬੇਟਾ ਕੀ ਗੱਲ ਆ ਉਹ ਕਹਿੰਦਾ ਬਾਬਾ ਜੀ ਪਤਾ ਨਹੀਂ ਮੈਨੂੰ ਵੀ ਟਰਾਲੀ 'ਤੇ ਮੈਂ ਬਹਿ ਗਿਆ ਵਾਂ, ਟਰਾਲੀ 'ਤੇ ਬੈਠਾ ਜਦੋਂ ਉਹਨਾਂ ਗਾੜੀ ਆਏ ਆ ਤੇ ਉਦੋਂ ਸ਼ਾਮਾਂ ਪੈ ਗਈਆਂ ਮਤਲਬ ਰਾਜੇ ਰਲ ਗਈਆਂ। ਉੱਥੇ ਉਹਨਾਂ ਚਾਹ ਪੀਤੇ ਮੈਨੂੰ ਧਾਰ ਦਿੱਤਾ ਵੀ ਤੇਰੇ ਜੋਗਾ ਸਾਡੇ ਕੋਲ ਥਾਂ ਹੈ ਨਹੀਂ, ਤੂੰ ਇੱਥੇ ਹੁਣ ਜਿਸੇ ਮਰਜ਼ੀ ਆਪਣਾ ਠਿਕਾਣਾ ਕਰ ਲਾ। ਉਹ ਬੱਚਾ ਤਾਂ ਵੀ ਮੈਂ ਨਾ ਫਿਰ ਉਹ ਕੀ ਕਰਨਾ ਸੀ ਵੀ ਉਹਦਾ ਲੀੜਾ ਮੇਰੇ ਕੋਲ ਨਹੀਂ, ਠੰਡ ਹੈਗੀ ਸੀ ਉਦੋਂ। ਉਹ ਆਂਦਾ ਵੀ ਉੱਥੇ ਬੈੱਡ ਜਿਹਾ ਪਿਆ ਸੀ, ਮੈਂ ਉਹਦੇ ਉੱਤੇ ਲੰਮਾ ਪੈ ਗਿਆ ਉਸੇ ਹੋਟਲ 'ਚ ਜਿਸੇ ਉਹਨੇ ਚਾਹ ਪੀਤੀ। ਆਂਦਾ 10 ਕੁ ਮਿੰਟ 15 ਲੰਘੇ ਆ ਤੇ ਰਜਾਈ ਲੈ ਕੇ ਇੱਕ ਬੰਦਾ ਮੇਰੇ ਨਾਲ ਆ ਕੇ ਪੈ ਗਿਆ। ਆਂਦਾ ਬੇਟਾ ਤੈਨੂੰ ਠੰਡ ਲੱਗੀ ਹੋਣੀ ਆ। ਫਿਰ ਤੇ ਮੈਂ ਕਿਹਾ ਵੀ ਠੀਕ ਆ। ਤੇ ਅਗਲੇ ਦਿਨ ਫਿਰ ਸਾਡੇ ਕੋਲ ਪਹੁੰਚਾ, ਫਿਰ ਹੁਣ ਗੱਲਾਂ ਸਾਂਝੀਆਂ ਤੇ ਮੈਂ ਵੀ ਕੌਣ ਸੀ ਭਲਾ? ਮੈਂ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਕੋਲ ਉਹਨਾਂ ਰਾਖੀ ਤੇਰੀ ਕੀਤੀ ਆ। ਹੋਰ ਬਾਈ ਕੌਣ ਆਉਂਦਾ ਰਜਾਈ ਕੇ, ਕੌਣ ਕਿਸੇ ਦੇ ਨਾਲ ਪੈਂਦਾ, ਕੌਣ ਦਿੰਦਾ ਕਿਸੇ ਨੂੰ? ਇਹ ਸੱਚਾ ਪਾਤਸ਼ਾਹ ਦੀਆਂ ਬਹੁਤ ਵਡਿਆਈਆਂ ਵਾ, ਅਸੀਂ ਕਰ ਨਹੀਂ ਸਕਦੇ। ਇਹ ਸਾਰਾ ਜਿਹੜਾ ਇਹ ਮੋਰਚਾ ਉਹਨਾਂ ਦੀ ਸਰਮਤਾ ਜੀ ਸਾਡੀ। ਬਿਲਕੁਲ। ਸੋ ਆਪਾਂ ਭਾਈ ਸਾਹਿਬ ਆਪਾਂ ਦੇਖਦੇ ਹਾਂ ਕਿ ਜਿੰਨੀਆਂ ਵੀ ਗੱਲਾਂ ਨੇ ਹਨਾ ਸਾਰੀਆਂ ਸਮਰਪਿਤ ਨੇ ਉਸ ਅਕਾਲ ਪੁਰਖ ਨੂੰ ਕਿ ਉਹਦੀ ਰਜ਼ਾ ਦੇ ਵਿੱਚ ਉਹਦੀ ਮਿਹਰ ਦੇ ਨਾਲ ਸਾਰਾ ਕੁਝ ਹੋਇਆ। ਪਰ ਜੋ ਕੁਝ ਆਪਾਂ ਮੋਰਚੇ ਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਿਸਾਨੀ ਨੂੰ, ਸਿੱਖੀ ਨੂੰ, ਇਹਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਜੀ ਕੀਤੀ ਜਾਂਦੀ ਹੈ, ਕੀ ਕਹੋਗੇ? ਬੜਾ ਜ਼ੋਰ ਲੱਗਾ ਜੀ ਇਸ ਗੱਲ ਦੇ ਵਿੱਚ। ਕਿਤੇ ਨਾ ਕਿਤੇ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਸੀ ਉਹਨਾਂ ਕੋਸ਼ਿਸ਼ ਕੀਤੀ ਵੀ ਸਿੱਖੀ ਦੀ ਭੂਮਿਕਾ ਨੂੰ ਮੋਰਚੇ ਦੇ ਵਿੱਚੋਂ ਘੱਟ ਕਰੋ ਜੀ। ਪੂਰੀ ਕੋਸ਼ਿਸ਼ ਹੋਈ, ਛੋਟੀ ਨਹੀਂ ਹੋਈ ਜੀ। ਉਸ ਲਈ ਖੇਡਾਂ ਵੀ ਖੇਡੀਆਂ ਗਈਆਂ ਵੀ ਕਿਸੇ ਤਰੀਕੇ ਨਾਲ ਸਿੱਖਾਂ ਦੇ ਕਿਰਦਾਰ ਨੂੰ ਬਦਨਾਮ ਕੀਤਾ ਜਾਵੇ। ਪਰ ਇੱਥੇ ਦੇ ਪਾਤਸ਼ਾਹ ਆਪ ਵਰਤ ਰਿਹਾ ਸੀ, ਇਹ 'ਚ ਕੋਈ ਸ਼ੱਕ ਨਹੀਂ ਪੈਣਾ। ਜਿੱਥੇ ਮੋਰਚਾ ਕਿਸਾਨੀ ਦਾ ਮੋਰਚਾ ਨਿਰੋਲ, ਸਾਰੇ ਦੇਸ਼ ਦਾ ਮੋਰਚਾ, ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਵਰਗਾਂ ਦਾ ਮੋਰਚਾ, ਪਰ ਜਿਹੜੀ ਭੂਮਿਕਾ ਸਿੱਖਾਂ ਨੇ ਮੋਰਚੇ 'ਚ ਨਿਭਾਈ ਹੈ ਨਾ ਜੀ, ਉਹਨੂੰ ਕੋਈ ਇਤਿਹਾਸ, ਉਹਨੂੰ ਕੋਈ ਮੀਡੀਆ ਉਹਨੂੰ ਝੁਠਲਾ ਨਹੀਂ ਸਕਦਾ ਉਹਨੂੰ ਜੀ। ਜਿੰਨੇ ਲੰਗਰ ਬਾਬਿਆਂ ਮਹਾਂਪੁਰਖਾਂ ਸੰਤਾਂ ਨੇ ਲਾਏ, ਦਲ ਪੰਥ ਬੈਠੇ ਤੇ ਚਿਹਰੇ ਵੀ ਦਾੜਿਆਂ ਕੇਸਾਂ ਵਾਲੇ ਚਿਹਰੇ, ਉਹ ਕਿੰਨੇ ਚਿਹਰੇ ਆ ਜੀ ਮੋਰਚੇ ਦੇ ਵਿੱਚ। ਸਿੱਖਾਂ ਦੇ ਕਿੰਨੇ ਸੋਹਣੇ ਸਰੂਪ ਲੋਕਾਂ ਨੇ ਕੋਲੋਂ ਵੇਖੇ ਜੀ। ਦਿੱਲੀ ਦੇ ਉੱਤੇ ਜਿੱਦਣ ਅਸੀਂ ਆਪਣਾ ਚੱਲੇ ਆ ਜੀ ਪੰਜਾਬ ਤੋਂ, ਇੱਕ ਹਊਆ ਪੈਦਾ ਕੀਤਾ ਗਿਆ, ਪੰਜਾਬ ਚੜ੍ਹ ਕੇ ਆ ਗਿਆ। ਲੋਕਾਂ 'ਚ ਇਹ ਸੁਨਾਹ ਕਰ ਲਿਆ ਗਿਆ ਵੀ ਪਤਾ ਨਹੀਂ ਕੀ ਕਰ ਦੇਣਾ ਉਹਨਾਂ ਨੇ ਆ ਕੇ, ਬੜੀ ਲੜਾਕੀ ਕੌਮ ਆ, ਉਹਦੇ ਬੜੇ ਲੜਾਕੇ ਆ, ਚੜ੍ਹ ਕੇ ਆ ਗਏ ਆ। ਸੋ ਇੱਕ ਵੱਡੀ ਗੱਲ ਹੈ ਭੈਣਾ, ਜਿੱਥੇ ਆਪਾਂ ਮੋਰਚਾ ਲੱਗਾ ਇੱਥੇ ਇੰਡਸਟਰੀ ਏਰੀਆ 4 ਚੁਫੇਰੇ ਜੀ, ਇੱਥੇ ਇਕੱਲੀ ਦਿੱਲੀ ਨਹੀਂ ਬੈਠੀ, ਪੂਰਾ ਭਾਰਤ ਬੈਠਾ। ਭਾਰਤ ਪੂਰੇ ਦਾ ਮਜ਼ਦੂਰ ਜਿਹੜਾ ਇਹਨਾਂ ਫੈਕਟਰੀਆਂ 'ਚ ਕੰਮ ਕਰਦਾ ਜੀ, ਤੇ ਤਾਦਾਦ ਜਿਹੜੀ ਉਹ ਲੱਖਾਂ ਦੀ ਆ। ਇੰਨੀ ਵੱਡੀ ਤਾਦਾਦ, ਸਾਰੇ ਭਾਰਤ ਨੇ ਸਿੱਖਾਂ ਨੂੰ ਬੜਾ ਕੋਲੋਂ ਵੇਖਿਆ। ਉਹਨਾਂ ਕਿਹਾ ਵੀ ਇਹ ਤੇ ਲੋਕਾਂ ਨੇ ਮੂੰਹੋਂ ਕਿਹਾ ਵੀ ਇਹਨਾਂ ਨੂੰ ਜੋ ਅੱਤਵਾਦੀ ਕਹਿੰਦੇ ਨੇ ਬੰਦੇ ਦੇਵਤੇ ਆ, ਇਹਦੇ ਰੱਬ ਨੇ ਧਰਤੀ ਦੇ ਦੇਵਤੇ ਘੱਲੇ ਆ। ਜਦੋਂ ਇਹਨਾਂ ਦਾ ਅਸਲੀ ਸਰੂਪ ਜਾਂ ਦੁਨੀਆ ਮਰਦੀ ਸੀ, ਦਿੱਲੀ ਦੇ ਵਿੱਚ ਆਕਸੀਜਨ ਨਹੀਂ ਸੀ ਮਿਲਦੀ, ਉਦੋਂ ਸਿੱਖਾਂ ਦੀ ਭੂਮਿਕਾ, ਚਲੋ ਉਹ ਤੇ ਅਸੀਂ ਗਿਣਾਉਣਾ ਨਹੀਂ ਚਾਹੁੰਦੇ, ਲੋਕ ਕਹਿਣਗੇ ਆਪਣੇ ਧਰਮ ਦੀ ਵਡਿਆਈ ਕਰਦੇ ਆ, ਪਰ ਇਹ ਹੂ ਇੱਥੇ ਵਾਪਰਿਆ ਜੋ ਜਿੰਨਾ ਲੋਕਾਂ ਨੇ ਸਿੱਖਾਂ ਨੂੰ ਇੱਥੋਂ ਕਹਿਣ ਦਾ ਭਾਵ ਵੀ ਇਸ ਮੋਰਚੇ ਨੇ ਸਿੱਖੀ ਦੀ ਸ਼ਾਨ ਜਿਹੜੀ ਅੱਗੇ ਬਹੁਤ ਉੱਚੀ ਸੁੱਚੀ ਸੀ ਉਹਨੂੰ ਹੋਰ ਵਧਾਇਆ ਜੀ। ਜੋ ਉਸ ਸਮੇਂ 'ਚ ਵਧਾਇਆ ਜਦੋਂ ਸਿੱਖੀ ਨੂੰ ਸਾਡੇ ਆਗੂ ਵੀ ਕੌਮ ਦੇ ਮਾਰਾਂ ਮਾਰ ਰਹੇ ਸੀ, ਸਾਡੇ ਸਿਆਸੀ ਲੀਡਰ ਵੀ ਮਾਰਾਂ ਮਾਰ ਰਹੇ ਸੀ। ਫਿਰ ਆਮ ਜਿੱਦਾਂ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੇ ਆਮ ਘਰਾਂ 'ਚੋਂ ਪੈਦਾ ਹੁੰਦੇ ਨੇ, ਇੱਦਾਂ ਇਹ ਸੂਰਮੇ ਯੋਧੇ ਜਿਹੜੇ ਜਿੰਨੇ ਵੀ ਮੋਰਚੇ 'ਚ ਡਟੇਰੇ ਨੇ, ਇਹ ਤੇ ਉਸੇ ਸ਼੍ਰੇਣੀ ਦੀ ਇਹਨਾਂ ਨੂੰ ਗਿਣਦੇ ਆ ਜੀ, ਜਿਨ੍ਹਾਂ ਨੇ ਜ਼ਬਰ ਜ਼ੁਲਮ ਦਾ ਟਾਕਰਾ ਜਿਹੜਾ ਬੜੀ ਦ੍ਰਿੜਤਾ ਨਾਲ ਆਪਣੇ ਇਤਿਹਾਸ ਦੇ ਚੱਲ ਕੇ ਕੀਤਾ ਜੀ। ਬਿਲਕੁਲ। ਸੋ ਤੁਹਾਡੇ ਤੋਂ ਇੱਕ ਅੱਧੀ ਕਵਿਤਾ ਆਪਾਂ ਹੋਰ ਸੁਣਾਂਗੇ, ਫਿਰ ਸਮਾਪਤੀ ਕਰਾਂਗੇ, ਤੁਸੀਂ ਤਿਆਰੀ ਕਰ ਲਓ। ਇੱਧਰ ਭਾਈ ਸਾਹਿਬ ਬੈਠੇ ਹੋਏ ਨੇ ਕਿ ਪਹਿਲਾਂ ਪ੍ਰਸ਼ਾਦਾ ਛਕ ਲਓ, ਰਿਪੋਰਟ ਸਾਡੇ ਤੇ ਬਾਅਦ ਚੋਂ ਕਰ ਲਿਓ। ਤੇ ਭਾਈ ਅਮਰਜੀਤ ਸਿੰਘ, ਸੋ ਹੁਣ ਸਾਰੇ ਕਿਸੇ ਦਾ ਨਾਮ ਪੁੱਛਣ ਦੀ ਲੋੜ ਨਹੀਂ ਪੈਂਦੀ ਕਿਉਂਕਿ 1 ਸਾਲ ਹੋ ਗਿਆ ਸਾਨੂੰ ਵੀ ਆਉਂਦਿਆਂ ਨੂੰ, ਕਿੰਨਾ ਸਮਾਂ ਹੋ ਗਿਆ। ਸੋ ਤੁਸੀਂ ਕੋਈ ਇੱਕ ਗੱਲ ਕਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਭਾਈ ਸਾਹਿਬ? ਜਿਸ ਤਰ੍ਹਾਂ ਸਾਰਿਆਂ ਨੇ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ, ਆਪਣੀਆਂ ਆਪਣੀਆਂ ਜ਼ਿੰਦਗੀ ਦੇ ਇਸ ਘੋਲ ਦੇ ਵਿੱਚ ਤਜਰਬੇ ਸਾਂਝੇ ਕੀਤੇ। ਮੇਰਾ ਤਜਰਬਾ ਇਸ ਸੰਘਰਸ਼ ਦੇ ਵਿੱਚ ਹਸਪਤਾਲ ਦੇ ਨਾਲ, ਡਾਕਟਰ ਅਵਤਾਰ ਸਿੰਘ ਲਾਈਫ ਕੇਅਰ ਫਾਊਂਡੇਸ਼ਨ ਜਿਹੜਾ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਚੱਲਦਾ, ਜਦੋਂ ਕਰੋਨਾ ਦੀ ਸੈਕਿੰਡ ਲਹਿਰ ਚੱਲੀ ਸੀ, ਉਸ ਟਾਈਮ ਦੀਆਂ ਬੜਾ ਭਿਆਨਕ ਸਮਾਂ ਸੀ। ਉਸ ਟਾਈਮ ਵੀ ਹਰ ਥਾਂ ਲਾਸ਼ਾਂ ਦੇ
ਢੇਰ ਲੱਗ ਰਹੇ ਸੀ, ਹਰੇਕ ਦਾ ਸਾਹ ਤਾਂ ਚੜਿਆ ਹੋਇਆ ਸੀ। ਲੇਕਿਨ ਉਸ ਟਾਈਮ ਜਿਸ ਤਰ੍ਹਾਂ ਸਾਡੇ ਸਾਰੇ ਵੀਰਾਂ ਨੇ ਦੱਸਿਆ ਵੀ ਗੁਰੂ ਮਹਾਰਾਜ ਦੀ ਇੰਨੀ ਅਪਾਰ ਕਿਰਪਾ ਸੀ, ਉਸ ਟਾਈਮ ਅਸੀਂ ਕੋਵਿਡ ਦੇ ਵਿੱਚ ਆਲੇ ਦੁਆਲੇ ਦਿੱਲੀ ਦੇ ਬੰਦਿਆਂ ਦੀ ਬੜੀ ਹੈਲਪ ਕੀਤੀ, ਸਿਲੰਡਰ ਵੀ ਦਿੱਤੇ, ਆਕਸੀਜਨ ਸਿਲੰਡਰ ਵੀ, ਆਕਸੀਜਨ ਮਸ਼ੀਨਾਂ ਵੀ ਸਾਡੇ ਕੋਲ ਪਹੁੰਚੀਆਂ ਦਿੱਤੀਆਂ। ਪਰ ਮਹਾਰਾਜ ਦੀ ਅਪਾਰ ਕਿਰਪਾ ਸੀ ਇਸ ਮੋਰਚੇ ਦੇ ਵਿੱਚ, ਸਾਡੇ ਇੱਕ ਵੀ ਕਿਸਾਨ ਆਗੂ ਦੀ ਕੋਵਿਡ ਦੇ ਨਾਲ ਹੱਤਿਆ ਨਹੀਂ ਹੋਈ। ਪਰ ਅਸੀਂ ਬਹੁਤ ਹੈਲਪ ਕੀਤੀ ਇੱਥੇ ਮੋਰਚੇ ਦੇ ਵਿੱਚ ਵੀ, ਆਲੇ ਦੁਆਲੇ ਜਿਹੜੇ ਲੋਕਲ ਬੰਦੇ ਸੀ ਉਹ ਵੀ ਆਏ ਕਾਫੀ, ਸਾਡੀ ਐਂਬੂਲੈਂਸ ਅਸੀਂ ਐਂਬੂਲੈਂਸ 'ਤੇ ਪਾ ਕੇ ਵਿੱਚ। ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਕਿ ਇੱਕ ਦਿੱਲੀ ਦੇ ਕੋਈ ਆਪਣਾ ਬਾਪ ਨੂੰ ਲੈ ਕੇ ਆਇਆ, ਬੇਟਾ ਸੀ, ਬੇਟਾ ਸੀ, ਉਹਦੀ ਆਕਸੀਜਨ ਲੈਵਲ ਡਾਊਨ ਸੀ ਕਾਫੀ। ਜਦੋਂ ਆਇਆ ਇੱਥੇ ਤਕਰੀਬਨ 80-85 ਤੇ ਉਹਦਾ ਆਕਸੀਜਨ ਲੈਵਲ ਸੀ। ਸਵੇਰੇ ਕੋਈ 3 ਵਜੇ ਦੇ ਲਾਗੇ ਛਾਗੇ ਸਾਡੇ ਕੋਲ ਪਹੁੰਚੇ ਤੇ ਸਾਡੇ ਡਾਕਟਰਾਂ ਨੇ ਹੈਲਪ ਕੀਤੀ, ਉਹਨਾਂ ਦੀ ਆਕਸੀਜਨ ਲੈਵਲ ਉਹਨਾਂ ਦਾ ਤਕਰੀਬਨ 95-97 ਤੇ ਹੋ ਗਿਆ। ਉਹਨਾਂ ਨੂੰ ਫਿਰ ਉਹਨਾਂ ਨੇ ਜਾਣਾ ਸੀ ਰਿਸ਼ੀਕੇਸ਼ ਜੀ, ਇਹਦੇ ਤੋਂ ਹਰਿਦੁਆਰ ਦੇ ਲਾਗੇ ਛਾਗੇ, ਉੱਥੇ ਉਹਨਾਂ ਦਾ ਕੋਈ ਪਿੰਡ ਸੀ, ਉੱਥੇ ਜਾਣਾ ਸੀਗਾ ਉਹਨਾਂ ਨੇ। ਤੇ ਉਹ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਣਾ, ਤੇ ਇਹ ਉਸ ਟਾਈਮ ਐਂਬੂਲੈਂਸ ਵਾਲਾ ਇੱਥੋਂ ਦਿੱਲੀ ਤੋਂ ਉਹਨਾਂ ਦੇ ਵਾਸਤੇ 28,000 ਰੁਪਈਆ ਮੰਗਦਾ ਸੀ। ਤੇ ਅਸੀਂ ਉਹਨੂੰ ਕਿਹਾ ਵੀ ਤੁਸੀਂ ਸਾਡੇ ਵਾਲੀ ਐਂਬੂਲੈਂਸ ਲੈ ਜਾਓ, ਉਹਦੇ ਵਿੱਚ ਤੇਲ ਪਾ ਦਿਓ ਤੇ ਲੈ ਜਾਓ। ਪੇਸ਼ੈਂਟ ਲੈ ਗਏ, ਰਾਹ ਦੇ ਵਿੱਚ ਆਕਸੀਜਨ ਮੁੱਕ ਗਈ। ਸਾਡੇ ਡਰਾਈਵਰ ਔਰ ਜਿਹੜਾ ਹੈਲਪਰ ਸੀ ਨਾਲ, ਉਹਨਾਂ ਨੇ ਆਕਸੀਜਨ ਉੱਥੋਂ ਫਿਰ ਕਿਤੇ ਸਿਲੰਡਰ ਪੈਦਾ ਕਰਕੇ ਤੇ ਉਹਨਾਂ ਨੂੰ ਟਿਕਾਣੇ ਤੇ ਲਾਇਆ। ਜਦੋਂ ਉੱਥੇ ਪਹੁੰਚ ਗਏ ਤਾਂ ਉਹਨਾਂ ਕੋਲ ਤੇਲ ਜੋਗੇ ਵੀ ਪੈਸੇ ਨਹੀਂ ਸੀਗੇ, ਤੇ ਫਿਰ ਉਹ ਡਰਾਈਵਰ ਸਾਡੇ ਕੋਲ ਵੀ ਪੈਸੇ ਨਹੀਂ ਸੀਗੇ, ਵੀ ਉਹਨੂੰ ਵੀ ਨਹੀਂ ਸੀ ਪਤਾ ਵੀ ਚਲੋ ਤੇਲ ਤਾਂ ਪਾ ਦੇਣਾ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ, ਉਹਨਾਂ ਦੀ ਪੂਰੀ ਹੈਲਪ ਕੀਤੀ, ਉੱਥੇ ਉਹਨਾਂ ਨੂੰ ਪਹੁੰਚਾਇਆ, ਟਿਕਾਣੇ ਤੇ ਪਹੁੰਚਾਇਆ, ਤੇ ਉਹ ਬੰਦੇ ਨੂੰ ਮਤਲਬ ਜ਼ਿੰਦਗੀ ਮਿਲੀ, ਜਿਹੜਾ ਕਿ ਇੱਕ ਮੌਤ ਦੇ। ਇਹ ਇਹੋ ਜਿਹੀਆਂ ਘਟਨਾਵਾਂ ਜਦੋਂ ਫਿਰ ਸਾਡੇ ਦਿਮਾਗ ਦੇ ਵਿੱਚ ਘੁੰਮਦੀਆਂ ਆ, ਇੱਕ ਬ੍ਰੇਨ ਦੀਆਂ ਲਾਈਟਾਂ ਫਲੈਸ਼ ਕਰਨ ਲੱਗ ਪੈਂਦੀਆਂ ਵੀ ਉਹ ਟਾਈਮ ਸੀਗਾ, ਬੜਾ ਭਿਆਨਕ ਟਾਈਮ ਸੀ। ਸਾਰੇ ਕਿਤੇ ਨਦੀਆਂ ਦੇ ਵਿੱਚ, ਗੰਗਾ ਦੇ ਵਿੱਚ ਲਾਸ਼ਾਂ ਰੁੜੀਆਂ ਆ ਰਹੀਆਂ, ਬੜੀਆਂ ਬੜੀਆਂ ਨਿਊਜ਼ ਆ ਰਹੀਆਂ ਸੀ। ਲੇਕਿਨ ਅਪਾਰ ਕਿਰਪਾ ਬਾਬੇ ਨਾਨਕ ਦੀ ਇਸ ਮੋਰਚੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੋਵਿਡ ਦੇ ਨਾਲ ਜਾਂ ਕਰੋਨਾ ਦੇ ਨਾਲ ਡੈਥ ਨਹੀਂ ਹੋਈ। ਬਿਲਕੁਲ, ਇਹ ਇੱਕ ਰਿਕਾਰਡ ਹੈਗਾ ਕਿ ਕਿਸਾਨ ਮੋਰਚੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਡੈਥ ਨਹੀਂ ਹੋਈ ਹੈ। ਵੀਰ ਜੀ ਅਵਤਾਰ ਸਿੰਘ ਬੈਨੀਪਾਲ, ਜਿਹੜੇ ਕਿ ਲਾਈਫ ਕੇਅਰ ਫਾਊਂਡੇਸ਼ਨ, ਜਿਹੜਾ ਕਿ ਇੱਕ ਮੇਜ਼ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਇੱਕ ਪੂਰਾ ਹਸਪਤਾਲ ਹੈ, 24 ਘੰਟੇ 7 ਦਿਨ ਉਹ ਹਸਪਤਾਲ ਹੈ। ਤੁਸੀਂ ਇੱਕ ਜਿਹੜੀ ਆਪਦੀ ਯਾਦ ਕਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਇਹਦੇ ਵਿੱਚ, ਦੁੱਖ ਦੀ ਜਾਂ ਸੁੱਖ ਦੀ, ਕਿਉਂਕਿ ਉਤਰਾਅ ਚੜਾਵ ਬੜੇ ਆਏ ਨੇ, ਇੱਕ ਜ਼ਰੂਰ ਸਾਂਝੀ ਕਰੋ। ਜੀ ਬਿਲਕੁਲ, ਜਿਵੇਂ ਸਾਰਿਆਂ ਨੇ ਆਪਦਾ ਐਕਸਪੀਰੀਅੰਸ ਸਾਂਝਾ ਕੀਤਾ ਹੈ, ਸੋ ਮੈਂ ਤਾਂ ਇੱਕ ਮੋਰਲ ਸਾਂਝਾ ਕਰਨਾ ਚਾਹਾਂਗਾ ਤੁਹਾਡੇ ਨਾਲ, ਜੋ ਇੱਥੋਂ ਸਿੱਖ ਮਿਲੀ ਹੈ। ਵੀ ਜਿਵੇਂ ਅੰਦੋਲਨ ਤੋਂ ਸਿੱਖਿਆ ਵੀ ਤੁਸੀਂ ਜਿਹੜੇ ਸਾਡੇ ਕੋਲ ਬਜ਼ੁਰਗ ਆਉਂਦੇ ਸੀ, ਦਾਖਲ ਹੁੰਦੇ ਸੀ, ਹਫਤਾ ਦਾਖਲ ਰਹੇ ਹੈ, ਉਹਨਾਂ ਦੇ ਹੌਸਲੇ ਏਡੇ ਵੱਡੇ ਸੀ ਵੀ ਅਸੀਂ ਕਹਿੰਦੇ ਸੀ ਉਹਨਾਂ ਨੂੰ ਵੀ ਤੁਸੀਂ ਘਰ ਚਲੇ ਜਾਓ, ਵੀ ਤੁਹਾਨੂੰ ਜ਼ਰੂਰਤ ਹੈ ਘਰੇ, ਵੀ ਇੱਥੇ ਇਲਾਜ ਤਾਂ ਮਿਲ ਗਿਆ ਹੈ ਪਰ ਰੈਸਟ ਘਰੇ ਹੋ ਜਾਊਗਾ ਜਾਂ ਫਿਰ ਫਰਦਰ ਹੋਰ ਟਰੀਟਮੈਂਟ ਅੱਗੇ ਹੋ ਜਾਊਗਾ। ਪਰ ਉਹ ਕਹਿੰਦੇ ਅਸੀਂ ਮੋਰਚੇ ਨੂੰ ਢਾਹ ਨਹੀਂ ਲਾ ਸਕਦੇ, ਅਸੀਂ ਇੱਥੇ ਰਹਿ ਕੇ ਜਿੰਨੇ ਵੀ ਬਿਮਾਰ ਹੈ ਤੁਸੀਂ ਇਲਾਜ ਕਰੋ, ਸਾਡਾ ਕੁਝ ਨਹੀਂ ਵਿਗੜਦਾ, ਵਾਹਿਗੁਰੂ ਸਾਡੇ ਨਾਲ ਹੈ। ਸੋ ਉਹਨਾਂ ਦਾ ਇਲਾਜ ਹੋਇਆ, ਉਹਨਾਂ ਨੂੰ ਐਡੀ ਕ੍ਰਿਟੀਕਲ, ਬਾਬਾ ਇੱਕ ਗਰੇਵਾਲ ਜੀ ਨੇ, ਉਹਨਾਂ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ। ਸੋ ਇਦਾਂ ਦੇ ਕੇਸ ਜਿਹੜੇ ਕਿ ਵੱਡੇ ਹਸਪੀਟਲ 'ਚ ਵੀ ਲੱਗਦਾ ਵੀ ਪਤਾ ਨਹੀਂ ਠੀਕ ਕਰ ਪਾਣਗੇ ਕਿ ਨਹੀਂ ਪਾਣਗੇ, ਉਹ ਕੇਸ ਇੱਥੇ ਮੋਰਚੇ ਦੇ ਹਸਪੀਟਲ ਦੇ ਅੰਦਰ ਸਰਵਾਈਵ ਕੀਤਾ ਉਹਨਾਂ ਲੋਕਾਂ ਨੇ। ਤੇ ਇੱਕ ਸਿੱਖ ਇਹੋ ਜਿਹਾ ਵੀ ਹੁੰਦਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦਾ ਸੀ ਕੋਈ ਮਰੀਜ਼, ਔਰ ਤੁਸੀਂ ਉਹਨਾਂ ਨੂੰ ਝੂਠਾ ਮੂਠਾ ਜਿਹੜਾ ਹੌਸਲਾ ਦਿੰਦੇ ਸੀ ਤੇ ਉਹ ਬਿਲਕੁਲ 9/9 ਹੋ ਜਾਂਦੇ ਸੀ। ਬਿਲਕੁਲ ਜੀ, ਕੋਵਿਡ ਦੇ ਦੌਰਾਨ ਦੇਖੋ ਬਿਮਾਰੀ ਸੀ, ਆਲ ਵਰਲਡ 'ਚ ਸੀ, ਪਰ ਇੱਥੇ ਇਹਨਾਂ ਦੇ ਹੌਸਲੇ ਏਡੇ ਵੱਡੇ ਸੀ ਵੀ ਬਿਮਾਰੀ ਨੂੰ ਵੀ ਮਾਤ ਪਾਤੀ। ਇੱਕ ਹੌਸਲਾ ਇੱਥੋਂ ਸਿੱਖਣ ਨੂੰ ਇਹੀ ਮਿਲਦਾ ਸਾਨੂੰ ਵੀ ਸਬਰ, ਜਿਹੜੀ ਸਬਰ ਦੀ ਜਿੱਤ ਹੈ ਨਾ, ਉਹ ਤੁਹਾਡੇ ਸਾਹਮਣੇ ਹੈ। ਅਸੀਂ ਸਬਰ ਰੱਖਿਆ ਤਾਂ ਜਿੱਤੇ ਹਾਂ। ਇਹ ਜ਼ਿੰਦਗੀ 'ਚ ਅੱਗੇ ਵੀ ਕੰਮ ਆਊਗੀ। ਕੱਲ ਕੋਈ ਵੀ ਆਪਾਂ ਕੰਮ ਕਰਦੇ ਹਾਂ, ਕਿਤੇ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਪੜਾਅ ਆਉਂਦਾ ਹੈ ਤਾਂ ਇੱਕ ਮੋਰਲ ਹੈ, ਸਿੱਖ ਹੈ ਵੀ ਉੱਥੇ 1 ਸਾਲ ਅਸੀਂ ਬੈਠੇ ਹਾਂ, ਸਬਰ ਕੀਤਾ ਤਾਂ ਜਿੱਤ, ਅਗਰ ਸੱਚੇ ਹੈ, ਅਗਰ ਕੋਈ ਸੱਚੀ ਲੜਾਈ ਲੜ ਰਿਹਾ ਤਾਂ ਜਿੱਤ ਉਹਦੀ ਜ਼ਰੂਰ ਹੋਊਗੀ, ਬਾਬਾ ਨਾਨਕ ਜ਼ਰੂਰ ਸੁਣੂਗਾ। ਸੋ ਇੱਕ ਬਹੁਤ ਵੱਡੀ ਸਿੱਖ ਮਿਲੀ ਇੱਥੋਂ। ਬਿਲਕੁਲ, ਸੋ ਸਾਰਿਆਂ ਨੇ ਆਪਣੇ ਆਪਣੇ ਅਨੁਭਵ ਸਾਂਝੇ ਕੀਤੇ ਨੇ ਤੇ ਇੱਕ ਪਰਿਵਾਰ ਹੈ ਜਿਹੜਾ ਹੁਣ ਇਹ ਬਣ ਗਿਆ ਹੋਇਆ ਹੈ। ਤੇ ਕਈ ਬਹੁਤ ਜ਼ਿਆਦਾਤਰ ਲੋਕ ਇਹੋ ਜਿਹੇ ਨੇ ਜਿਹੜੇ ਇੱਕ ਦੂਸਰੇ ਨੂੰ ਕਦੇ ਮਿਲੇ ਨਹੀਂ ਸੀ, ਅੱਜ ਤੱਕ ਮੋਰਚੇ ਨੇ ਮਿਲਾਇਆ ਤੇ ਮੋਰਚੇ ਨੇ ਇੱਕ ਮਜ਼ਬੂਤ ਪਰਿਵਾਰ ਬਣਾ ਦਿੱਤਾ। ਸੋ ਭਾਈ ਸਾਹਿਬ, ਹੁਣ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਦਰਸ਼ਕਾਂ ਨੂੰ, ਫਿਰ ਆਪਾਂ ਸਮਾਪਤੀ। ਹਾਂਜੀ, ਪਹਿਲਾਂ ਤਾਂ ਬਾਕੀ ਛੋਟੀ ਜਿਹੀ ਗੱਲ ਜੋ ਆਪ ਜੀ ਨੇ ਹੁਣੇ ਕੀਤੀ ਹੈ ਜੀ, ਕਿੰਨਾ ਵੀ ਆਪਾਂ ਸਮਾਜ ਦੇ ਵਿੱਚ ਵਿਚਰ ਲੈਂਦੇ, ਜਿੰਨੇ ਮਰਜ਼ੀ ਵਿਦੇਸ਼ਾਂ 'ਚ ਧਰਤੀ ਜਾਂਦੇ, ਮੇਲੇ ਵਹਿੰਦੇ ਜਾਂ ਸਮਾਜਿਕ ਹੋਰ ਕੋਈ ਪ੍ਰੋਗਰਾਮ ਵਹਿੰਦੇ ਆਪਾਂ,
ਪਰ ਜਿੱਦਾਂ ਦੀਆਂ ਰੂਹਾਂ ਮੋਰਚੇ ਦੇ ਵਿੱਚ ਮਿਲੀਆਂ ਇਦਾਂ ਦੀਆਂ ਰੂਹਾਂ ਕਈ ਜਨਮ ਲੈ ਕੇ ਵੀ ਨਹੀਂ ਮਿਲ ਸਕਦੀਆਂ। ਇਹਨਾਂ ਦੇ ਵਿੱਚੋਂ ਕੋਈ ਵੀ ਹੈ ਜਿਹੜਾ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਜਾਣਦੇ ਸੀ? ਨਹੀਂ ਜੀ, ਇਹਨਾਂ 'ਚੋਂ ਇੱਕ ਵੀ ਰੂਹ ਉਹ ਨਹੀਂ ਆ ਜਿਨ੍ਹਾਂ ਨੂੰ ਆਪਾਂ ਹਾਂ ਮੈਨੂੰ ਲੱਗਦਾ ਪਿਛਲੇ ਜਨਮ 'ਚ ਜਾਣਦੇ ਸਾਂ, ਉਹ ਮੇਲ ਹੋਇਆ ਜੀ। ਉਹ ਉੱਥੋਂ ਤੱਕ ਸਾਡੇ ਵੱਸ ਦਾ ਰੋਗ ਨਹੀਂ ਚਲੇ ਜਾਣਾ ਤੇ ਪਰ ਜੋ ਕੁਦਰਤ ਨੇ ਕਰਤਾ ਉਤੋਂ ਇਹੋ ਹੀ ਅੰਦਾਜ਼ਾ ਲਾਉਂਦੇ ਆ ਵੀ ਇਹਨਾਂ ਨਾਲ ਸਾਡੀ ਸਾਂਝ ਪੁਰਾਣੀ ਹੈਗੀ ਸੀ। ਇਹਨਾਂ ਨਾਲ ਇਹਦੇ ਵਾਸਤੇ ਤਾਂ ਹਾਕਮਾਂ ਦਾ ਧੰਨਵਾਦ ਕਰੋਗੇ ਨਾ, ਇੰਨਾ ਕੁਝ ਚੰਗਾ ਵੀ ਮਿਲਿਆ। ਬਿਲਕੁਲ ਜੀ, ਜੇ ਅੱਜ ਜਿੱਤ ਤੋਂ ਬਾਅਦ ਇਹ ਗੱਲ ਸੋਚੀ ਜਾਵੇ ਨਾ ਜੀ ਤੇ ਹਾਕਮਾਂ ਨੂੰ ਦੋਸ਼ ਤੇ ਦੇਣ ਨੂੰ ਦਿਲ ਹੀ ਨਹੀਂ ਕਰਦਾ ਜੀ। ਜੋ ਸਮਾਜ ਦੀ ਅਸਲ 'ਚ ਹਾਲਤ ਹੋ ਗਈ ਸੀ, ਜੋ ਮਤਲਬ ਜਿਹੜਾ ਕੱਲਾ ਮੋਦੀ ਦੀ ਗੱਲ ਕਰਦੇ ਵੀ ਇਸ ਹਾਕਮ ਕੱਲੇ ਨੂੰ ਦੋਸ਼ ਦੇਣ ਦਾ ਬਣਦਾ ਹੀ ਨਹੀਂ ਜੀ। ਜੋ ਸਿਆਸਤ ਦੀ ਗਿਰਾਵਟ ਆ ਗਈ, ਜੋ ਆਪਾਂ ਸਾਰੀਆਂ ਆਪਣੇ ਪੰਜਾਬ 'ਚ ਵੇਖਿਆ ਕਿੱਦਾਂ ਗੁਲਾਮੀ ਸਿਆਸਤ ਦੀ ਆਪਣੇ ਗਲਾਂ 'ਚ ਪੈ ਗਈ ਸੀ। ਸੋ ਜੇ ਮੋਰਚਾ ਨਾ ਲੱਗਦਾ ਤੇ ਬਹੁਤ ਅਣਖ ਗੈਰਤ ਨੂੰ ਧੱਕਾ ਲੱਗਣਾ ਸੀ ਪੰਜਾਬ 'ਚ। ਇਸ ਮੋਰਚੇ ਨੇ ਹਾਂ ਜ਼ਰੂਰ ਗੱਲ ਹੈਗੀ ਸੀ ਥੋੜਾ ਡਾਊਨ ਗਿਆ ਸੀ ਲੈਵਲ, ਪਰ ਮੋਰਚੇ ਨੇ ਉਹਨੂੰ ਫੇਰ ਚੱਕਤਾ ਨੂੰ ਜੀ, ਉਹਨੂੰ ਪੰਜਾਬ ਜਗਾਤਾ ਜੀ। ਹੁਣ ਪੰਜਾਬ ਪੂਰਾ ਬਿਲਕੁਲ ਪੈਰਾਂ ਸਿਰ ਹੋ ਗਿਆ ਆਪਣਿਆਂ ਦੇ ਤੇ ਹੁਣ ਨਹੀਂ ਹੁਣ ਫੇਰ ਇੱਕ ਦੋ ਸਦੀਆਂ ਬੰਨੇ ਆ ਜੀ ਸਾਡੀਆਂ, ਕੋਈ ਗੱਲ ਨਹੀਂ ਜੀ। ਹੁਣ ਡਟ ਕੇ ਰਹਿਣਗੇ ਸਾਡੀ ਅਗਲੀ ਨਸਲ ਨੂੰ, ਭਾਵੇਂ ਕੋਈ ਤਕੜੀ ਜਾ ਕੇ ਕਿਤੇ ਲੜਨੀ ਪਵੇ ਜੀ, ਜਿਹੜੀ ਇਹ ਤੋਂ ਅਗਲੀ ਪੀੜ੍ਹੀ ਆਊਗੀ। ਪਰ ਆਹ ਜਿਹੜਾ ਇਹਨੂੰ ਸੁਰੱਖਿਅਤ ਕਰਤਾ ਇਹਨਾਂ ਬਜ਼ੁਰਗਾਂ ਨੇ ਜੀ। ਇਹਨੂੰ ਕੀ ਸੁਣਾਓਗੇ ਹੁਣ ਤੁਸੀਂ? ਹਾਂਜੀ, ਕਿਉਂਕਿ ਅਸੀਂ ਤੇ ਪਾਤਸ਼ਾਹ ਨੂੰ ਯਾਦ ਕਰਾਂ ਜੀ, ਉਹਨਾਂ ਦਾ ਦਿਹਾੜਾ ਉਹਨਾਂ ਹੀ ਕਿਰਪਾ ਕੀਤੀ ਜੀ, ਗੁਰੂ ਨਾਨਕ ਪਾਤਸ਼ਾਹ ਨੇ ਜੀ। ਮਿਹਨਤਾਂ ਦੇ ਮੁੱਲ ਬਾਬਾ ਅਖੀਰ ਪਾ ਗਿਆ, ਮਿਹਨਤਾਂ ਦੇ ਮੁੱਲ ਬਾਬਾ ਅਖੀਰ ਪਾ ਗਿਆ। ਹੋ ਸੁਣ ਲਈ ਦਿਲਾਂ ਵਾਲੀ ਸੋਹਣੇ ਗੁਰੂ ਪੀਰ ਨੇ, ਨਿਗਾਹ ਕਰਤੀ ਸਵੱਲੀ ਨਾਨਕੀ ਦੇ ਵੀਰ ਨੇ। ਹੋ ਨਿਗਾਹ ਕਰਤੀ ਸਵੱਲੀ ਨਾਨਕੀ ਦੇ ਵੀਰ ਨੇ। ਹੋ ਜਿੰਨੇ ਧਰਤੀ ਟਿਕਾਈ ਗੱਲ ਨੂੰ ਟਿਕਾਣੇ ਲਾ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ, ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਔਖੇ ਸਿਰਾ ਪੈਰਾਂ ਵਿੱਚ ਕੱਚ ਵੇਖ ਕੇ। ਹੋ ਦਿਲ ਸੀ ਦਰਦ ਹੋ ਰੁਲੇ ਸੱਚ ਵੇਖ ਕੇ। ਹੋ ਦਿਲ ਸੀ ਦਰਦ ਰੁਲੇ ਸੱਚ ਵੇਖ ਕੇ। ਹੋ ਰੁਲਦਿਆਂ ਨੂੰ ਕੋਟੇ ਕੋਟੇ ਗਲੇ ਲਾ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਪੈਰਾਂ ਸਿਰ ਮਾਵਾਂ ਦੇ, ਇਹ ਪੈਰਾਂ ਸਿਰ ਮਾਵਾਂ ਦੇ ਨਸੀਬੇ ਹੋ ਗਏ। ਹੋ ਪੜਾਂ ਵਿੱਚ ਬਾਬਰ ਦਿੱਲੀ ਦੇ ਬੀਬੇ ਹੋ ਗਏ। ਹੋ ਪੜਾਂ ਵਿੱਚ ਬਾਬਰ ਦਿੱਲੀ ਦੇ ਬੀਬੇ ਹੋ ਗਏ। ਹੋ ਲਾਲੂਆਂ ਦੇ ਚਿਹਰਿਆਂ ਤੇ ਹਾਸਾ ਛਾ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ ਪਾ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਪਲਾਂ ਵਿੱਚ ਦਿਲੋਂ ਵਿੱਚੋਂ ਵੇਖੀ ਜ਼ਹਿਰ ਕੱਢਤੀ। ਹੋ ਮੰਨ ਲਈ ਗਲਤੀ ਮਲਕਾਂ ਨੇ ਮਕਾਰੀ ਛੱਡਤੀ। ਹੋ ਆਖਰ ਰੱਬ ਦੀਆਂ ਕੋਟਾਂ ਵਾਲਾ ਖੌਫ ਆ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਦੁਸ਼ਟਾਂ ਦੇ ਲਈ ਰਾਤ ਏ ਹੋ ਕਾਲੀ ਬਣ ਗਈ। ਹੋ ਸਾਡੇ ਲਈ ਤਾਂ ਸੱਜਣਾ ਦੀਵਾਲੀ ਬਣ ਗਈ। ਹੋ ਸਾਡੇ ਲਈ ਤਾਂ ਸੱਜਣਾ ਹੋ ਰਹੂ ਜਾਦ ਸਰਪੰਚ ਰਹੂ ਜਾਦ ਸਰਪੰਚ ਬਾਰਡਰਾਂ ਤੇ ਗਾ ਗਿਆ। ਹੋ ਮਿਹਨਤਾਂ ਦੇ ਮੁੱਲ ਬਾਬਾ ਹੋ ਮਿਹਨਤਾਂ ਦੇ ਮੁੱਲ ਬਾਬਾ ਅਖੀਰ ਪਾ ਗਿਆ। ਸੋ ਸ਼ਬਦਾਂ ਦੇ ਵਿੱਚ ਖੱਤ ਲਿਖਦਿਆਂ ਸ਼ਾਹੀ ਮੁੱਕ ਗਈ। ਅੱਖਾਂ ਦਾ ਹੰਝੂਆਂ ਦਾ ਪਾਣੀ ਪਾ ਦਿੱਤਾ। ਅੱਗੇ ਕਲਗੀ ਵਾਲਿਆ ਤੇਰੀ ਮਰਜ਼ੀ, ਕਿਸਾਨਾਂ ਨੇ ਬਾਰਡਰਾਂ ਦੇ ਆਪਣਾ ਫਰਜ਼ ਨਿਭਾ ਦਿੱਤਾ। ਹੋਰ ਕੋਈ ਕੁਝ ਬੋਲਣਾ ਚਾਹੁੰਦਾ ਹੈ, ਕੋਈ ਕੁਝ ਗਾਣਾ ਚਾਹੁੰਦਾ? ਹਾਂਜੀ ਹਾਂਜੀ ਹਾਂਜੀ। ਜਿੱਦਾਂ ਤੁਸੀਂ ਕਹਿੰਦੇ ਵੀ ਸਾਰੇ ਵੀਰ ਮਿਲੇ ਆ, ਮੈਂ ਵੀ ਬੜਾ ਖੁਸ਼ ਵੀ। ਅਸੀਂ ਪਹਿਲੀ ਵਾਰੀ ਠੀਕ ਹੀ ਸਾਰੇ ਇੱਕ ਦੂਜੇ ਨੂੰ ਪਹਿਲੀ ਵਾਰ ਹੀ ਮਿਲੇ ਆ। ਅਸੀਂ ਜਦੋਂ 25 ਤਰੀਕ ਤੋਂ ਆਏ, ਸਰਕਾਰ ਨੇ ਉਹ ਘਟਨਾ ਦੇ ਸਾਨੂੰ ਕਿਸੇ ਨੂੰ ਵੀ ਭੁੱਲਣ ਯੋਗ ਨਹੀਂ ਹੈ, ਕਿਉਂਕਿ 25 ਤਰੀਕ ਨੂੰ ਅਸੀਂ ਜਦੋਂ ਆਏ ਰਾਜ ਟਰੱਕ ਤੇ ਅਸੀਂ ਪਹਿਲੀ ਵਾਰ ਆਏ ਹਾਂ ਤੇ ਰਸਤੇ 'ਚ ਖਲੋਤੇ ਡੈਵਿਡ ਤੋੜ ਕੇ ਲੰਘੇ। ਫੇਰ ਗਾੜੀ ਆਏ ਰਾਤ
ਇੱਕ ਸੜਕ ਤੇ ਰਹੇ, ਉੱਥੋਂ ਵੇਖਿਆ ਤੇ ਗਾੜੀ ਫਿਰ ਕਹਿੰਦੇ ਵੀ ਇਹਨਾਂ ਨਹਿਰ ਪੁੱਟਤੀ, ਸੜਕ ਪੁੱਟਤੀ ਸੀ ਜਿੱਥੇ। ਬਹੁਤ ਤਕਲੀਫਾਂ ਇੱਥੇ ਵੀ ਆ ਕੇ ਬੜੀਆਂ ਝੱਲੀਆਂ। ਚਲੋ ਪਿੱਛੇ ਵੀ ਜਿੱਦਾਂ ਲੋਕ ਕਹਿੰਦੇ ਹੀ ਆ, ਜਿਹੜੇ ਮਾੜੇ ਸਰਿਆ ਗੱਲਾਂ ਕਰਦੇ ਹੀ ਆ, ਪਰ ਹੁਣ ਉਹਨਾਂ ਨੂੰ ਸਮਝ ਲੱਗ ਜੂਗੀ ਕਿਉਂਕਿ ਜਿੱਤ ਹੋਈ ਸਾਡੀ ਜਿਹੜੀ, ਕਿਉਂਕਿ ਹੌਸਲੇ ਜਿੱਦਾਂ ਟੁੱਟਣ ਨੂੰ ਤੇ ਕਈਆਂ ਦੇ ਨਹੀਂ ਟੁੱਟ ਰਹੇ, ਸਾਨੂੰ ਤੇ ਪਤਾ ਹੈ ਵੀ ਜਿੱਤਣਾ ਆ। ਕਿਉਂਕਿ ਮੇਰਾ ਬੇਟੇ ਨੇ ਵੀ ਹੁਣ ਵੀ ਇੱਕ ਕੈਸਟ ਫੇਰ ਕੱਢੀ ਆ ਹੱਕ, ਕਿਉਂਕਿ ਉਹ ਗਾਉਂਦਾ ਰਿਹਾ। ਮਲਕੀਤ ਸਿੰਘ ਨਾਲ ਸਰਪੰਚ ਸਾਹਿਬ ਨਾਲ ਵੀ ਆ ਕੇ 2 ਵਾਰੀ ਸਟੇਜ ਸਾਂਝੀ ਕਰਕੇ ਗਿਆ, ਤੇ ਇਹਨਾਂ ਦੇ ਲਾਗੇ ਹੀ ਸਾਡਾ ਪਿੰਡ ਅੰਮ੍ਰਿਤਸਰ ਜ਼ਿਲ੍ਹਾ ਹੀ ਆ। ਤੇ ਉਹ ਇਦਾਂ ਮਤਲਬ ਵੀ ਸਾਰੀ ਸਾਂਝ ਜਿਹੜੀ ਆ ਇੱਥੇ ਆ ਕੇ ਬਣੀ ਆ। ਤੇ ਆਉਣ ਵਾਲੇ ਸਮੇਂ 'ਚ ਸਰਕਾਰਾਂ ਇਹ ਆਨੇ ਵੀ ਹੁਣ ਹੱਥ ਨਹੀਂ ਕਿਸੇ ਨੂੰ ਸਿੱਖ ਚਿਹਰੇ ਨੂੰ, ਜਾਂ ਉੱਦਾਂ ਉਹ ਕਿਸਾਨਾਂ ਦੇ ਨਾਲ ਪੰਗਾ ਨਹੀਂ ਲੈਣਗੇ ਜਿੰਨਾ ਵੀ ਇਹ ਸੰਘਰਸ਼ ਜਿਹੜਾ ਚੱਲ ਗਿਆ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਜਿਹੜੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ, ਉਸ ਤੋਂ ਬਾਅਦ ਕੁਝ ਕਹਿਣ ਦੀ ਲੋੜ ਨਹੀਂ ਹੈਗੀ, ਨਿਚੋੜ ਦੇ ਵਿੱਚ ਕੁਝ ਕਹਿਣ ਦੀ ਲੋੜ ਨਹੀਂ ਹੈਗੀ। ਇਹ ਸਾਰੇ ਜਿਹੜੇ ਕਿਸਾਨੀ ਸੰਘਰਸ਼ ਦੇ ਯੋਧੇ ਨੇ, ਅੱਜ ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਹੈਗੀ ਆ, ਅੱਖਾਂ ਦੇ ਵਿੱਚ ਜਿੱਤ ਦੀ ਚਮਕ ਹੈਗੀ ਆ, ਤੇ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿੱਤ ਹੈ ਜਿਹੜੀ ਪੂਰੀ ਹੋਵੇ ਤੇ ਸਾਰੇ ਆਪਣੇ ਘਰਾਂ ਨੂੰ ਵਾਪਸ ਜਾਣ। ਵੀਡੀਓ ਜਰਨਲਿਸਟ ਸਿਮਰਨਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਸਿੰਘੂ ਬਾਰਡਰ ਤੋਂ ਖਾਸ ਰਿਪੋਰਟ।